ਸਤਿਨਾਮ। ਧੰਨ ਵਾਖੇ ਗੁਰੂ ਸਾਹਿਬ ਜੀਓ। ਦੋਏ ਕਰ ਜੋੜ ਮੰਗੋ ਇਕ ਦਾਨਾ, ਸਾਹਿਬ ਤੁਠੇ ਪਾਵਾ। ਦੋਏ ਕਰ ਜੋੜ ਮੰਗੋ ਇਕ ਦਾਨਾ, ਸਾਹਿਬ ਤੁਠੇ ਪਾਵਾ। ਸਾਸ ਸਾਸ ਨਾਨਕ ਆਰਾਧੇ, ਆਠ ਪਹਿਰ ਗੁਣ ਗਾਵਾ। ਡੋਲਨ ਤੇ ਰਾਖੋ ਪ੍ਰਭੂ, ਉਹਨਾਂ ਦੀ ਸ਼ਹਾਦਤ ਨੂੰ ਸਮਰਪਿਤ ਇਸ ਸੰਧਿਆ ਵੇਲੇ ਤੋਂ ਸਜੇ ਹੋਏ ਗੁਰਮਤਿ ਦੀਵਾਨ ਦੀ ਆਪ ਜੀ ਹਾਜ਼ਰੀ ਭਰ ਰਹੇ ਹੋ। ਸਨਮਾਨਯੋਗ ਭਾਈ ਸਾਹਿਬ ਭਾਈ ਹਰਜਿੰਦਰ ਸਿੰਘ ਜੀ ਸ਼੍ਰੀਨਗਰ ਵਾਲੇ ਸਤਿਗੁਰਾਂ ਦੇ ਅੰਮ੍ਰਿਤ ਬਚਨ ਕੀਰਤਨ ਸਰਵਣ ਕਰਾ ਕੇ ਗਏ ਨੇ।
ਉਹਨਾਂ ਨੇ ਕੀਰਤਨ ਦੀ ਸਮਾਪਤੀ ਪੰਚਮ ਗੁਰਦੇਵ ਜੀ ਦੀ ਰਸਨਾ ਤੋਂ ਉਚਾਰਨ ਕੀਤਾ ਹੋਇਆ ਗੂਜਰੀ ਰਾਗ ਵਿੱਚ ਜੋ ਸ਼ਬਦ ਦਰਜ ਹੈ, ਇੱਕ ਅੰਦਰ ਦਾ ਭਾਵ ਬਣਾ ਕੇ ਪੋਤਾ ਮਾਤਾ ਕੀ ਆਸੀਸ, ਨਿਮਖ ਨਾ ਬਿਸਰੋ ਤੁਮਕੋ ਹਰ ਹਰ ਸਦਾ ਭਜੋ ਜਗਦੀਸ਼, ਸਾਨੂੰ ਸਰਵਣ ਕਰਾਇਆ ਹੈ। ਆਓ ਸਾਧ ਸੰਗਤ, ਹਰ ਸਾਲ ਦੀ ਤਰ੍ਹਾਂ ਸਨਮਾਨਯੋਗ ਮਾਤਾ ਜੀ ਦੇ ਚਰਨਾਂ ਵਿੱਚ, ਸਾਹਿਬਜ਼ਾਦਿਆਂ ਦੇ ਚਰਨਾਂ ਵਿੱਚ ਨਤਮਸਤਕ ਹੁੰਦੇ ਹੋਏ ਗੁਰਮਤਿ ਵਿਚਾਰ ਦੀ ਸਾਂਝ ਪਾ ਸਕੀਏ। ਆਪ ਜਿਤਨੇ ਹਜ਼ੂਰ ਦੇ ਚਰਨਾਂ ਵਿੱਚ ਸਮਰਪਿਤ ਹੋ, ਸਤਿਗੁਰੂ ਦੇ ਦਰਬਾਰ ਵਿੱਚ ਹਾਜ਼ਰ ਹੋ, ਔਰ ਜੋ ਇਸ ਧਰਤੀ ਦੇ ਵੱਖ-ਵੱਖ ਮੁਲਕਾਂ ਵਿੱਚ ਆਪ ਜੀ ਚੈਨਲ ਰਾਹੀਂ, ਨੈਟ ਰਾਹੀਂ, ਫੇਸਬੁੱਕ ਰਾਹੀਂ ਸਰਵਣ ਕਰ ਰਹੇ ਹੋ, ਬਖਸ਼ੋ ਆਸ਼ੀਸ਼, ਗੁਰੂ ਬਖਸ਼ੀ ਫਤਿਹ ਸਵੀਕਾਰ ਕਰੋ ਔਰ ਉਚਾਰਨ ਕਰੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਿੱਖ ਧਰਮ ਦੀ ਪਹਿਲੀ ਸ਼ਹੀਦ ਗੁਰੂ ਪਤਨੀ ਔਰ ਗੁਰੂ ਮਾਂ, ਸਨਮਾਨਯੋਗ ਮਾਤਾ ਗੁਜਰੀ ਜੀ ਦੇ ਸੰਬੰਧ ਵਿੱਚ ਅੱਜ ਦੀ ਇਸ ਕਥਾ ਵਿੱਚ ਕੁਝ ਬੇਨਤੀਆਂ ਕਰਨੀਆਂ ਨੇ। ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦਾ ਜਦੋਂ ਅਸੀਂ ਪਾਠ ਕਰਨੇ ਖਾਂ, ਕੱਲ ਵੀ ਦਾਸ ਨੇ ਅਰਜ਼ ਕੀਤੀ ਸੀ, ਇਤਿਹਾਸ ਨੂੰ, ਤਵਾਰੀਖ ਨੂੰ, ਹਿਸਟਰੀ ਨੂੰ ਜ਼ਰੂਰ ਆਪਾਂ ਵਾਚਾਂਗੇ, ਪਰ ਇੱਕ ਗੱਲ ਯਾਦ ਰੱਖੀਏ ਕਿ ਗੁਰੂ ਗ੍ਰੰਥ ਸਾਹਿਬ ਦਾ ਸ਼ਬਦ ਹੈ ਜਿਸ ਨੇ ਰੂਹਾਨੀਅਤ ਦੇ ਇਤਿਹਾਸ ਨੂੰ ਜਨਮ ਦਿੱਤਾ ਹੈ। ਫਿਰ ਸ਼ਬਦ ਮੈਂ ਰਿਪੀਟ ਕਰਾਂਗਾ, ਹਿਸਟਰੀ ਪੜਾਂਗੇ, ਇਤਿਹਾਸ ਪੜਾਂਗੇ। ਜਿਸ ਦਿਨ ਦੀ ਮਾਨਵ ਜਾਤੀ ਨੂੰ ਸੋਝੀ ਪਈ, ਚੇਤਨਾ ਆਈ, ਇਸ ਨੇ ਬੋਲਿਆ, ਇਹਨੇ ਲਿਖਿਆ, ਇਹਨੇ ਬਹੁਤ ਕੁਝ ਸਿਰਜਿਆ, ਪਰ ਗੁਰੂ ਗ੍ਰੰਥ ਸਾਹਿਬ ਦੇ ਅੰਮ੍ਰਿਤ ਸ਼ਬਦ ਨੇ ਜਿਸ ਇਤਿਹਾਸ ਨੂੰ ਜਨਮ ਦਿੱਤਾ, ਉਹ ਇਤਿਹਾਸ ਕੇਵਲ ਸੰਸਾਰਿਕ ਲੋਕਾਂ ਦਾ ਜੂਨ ਭੋਗ ਕੇ ਚਲੇ ਜਾਣ ਦੀ ਤਵਾਰੀਖ ਨਹੀਂ। ਸੱਚ ਇਹ ਵੇ ਕਿ ਇਸ ਮ੍ਰਿਤ ਮੰਜ਼ਲ ਵਿੱਚ ਰਹਿੰਦਿਆਂ ਜਨਮ ਮਰਨ ਤੋਂ ਮੁਕਤ ਹੋ ਕੇ ਪਰਮੇਸ਼ਵਰ ਵਿੱਚ ਅਭੇਦ ਹੋਈਆਂ ਰੂਹਾਂ ਦਾ ਇਤਿਹਾਸ ਹੈ। ਗੁਰੂ ਗ੍ਰੰਥ ਸਾਹਿਬ ਦੀ ਬਾਣੀ 'ਚ ਇਸਤਰੀ ਨੂੰ ਬਹੁਤ ਵੱਡੀ ਥਾਂ ਦਿੱਤੀ ਗਈ ਹੈ। ਬੇਨਤੀ ਸੁਣਿਓ, ਅੱਜ ਮੈਂ ਅਰਜ਼ ਥੋੜੀ ਜੀ ਸ਼ਬਦ ਵਿੱਚੋਂ ਇਸ ਢੰਗ ਨਾਲ ਕਰਨੀ ਚਾਹਨਾ। ਇੱਕ ਬਚਨ ਅਸੀਂ ਸਾਰੇ ਪੜ੍ਹਨੇ ਹਾਂ। ਜਦੋਂ ਵੀ ਸਾਡੇ ਸਿੱਖ ਜਗਤ ਵਿੱਚ ਕੋਈ ਬੁਲਾਰਾ ਇਸਤਰੀ ਤੇ ਬੋਲਣਾ ਚਾਹੁੰਦਾ ਤੇ ਉਸ ਦੀ ਜ਼ਬਾਨ ਤੇ ਗੁਰੂ ਨਾਨਕ ਸਾਹਿਬ ਜੀ ਦੀ ਇਹ ਅੰਮ੍ਰਿਤ ਤੁਕ, ਆਸਾ ਕੀ ਵਾਰ ਦੇ ਸ਼ਲੋਕ ਦੀ, ਕਿ ਸੋ ਕਿਉ ਮੰਦਾ ਆਖੀਐ ਜਿਤ ਜੰਮੈ ਰਾਜਾਨ, ਉਸ ਨੂੰ ਕਿਉਂ ਮੰਦਾ ਕਹੀਏ ਜਿਸ ਨੇ ਰਾਜਿਆਂ ਨੂੰ ਜਨਮ ਦਿੱਤਾ। ਭੰਡ ਜੰਮੀਐ, ਭੰਡ ਨਿੰਮੀਐ, ਭੰਡ ਮੰਗਣ ਵਿਆਹ, ਭੰਡੋ ਹੋਵੇ ਦੋਸਤੀ, ਭੰਡੋ ਚੱਲੈ ਰਾਹ, ਭੰਡ ਮੂਵਾ, ਭੰਡ ਭਾਲੀਐ, ਭੰਡ ਹੋਵੇ ਬੰਧਾਨ, ਸੋ ਕਿਉ ਮੰਦਾ ਆਖੀਐ ਜਿਤ ਜੰਮੈ ਰਾਜਾਨ। ਬੜਾ ਸਾਰਿਆਂ ਨੂੰ ਸਾਨੂੰ ਤੁਕ ਚੇਤੇ ਹੈ।
श्री गुरु ग्रंथ साहिब की बाणी ने इस धरती दे उस मिथ नूं खंड खंड करके रख दिता जिस मर्द प्रधान समाज ने कहा सी कि स्त्री वो मर्द तो नीवी है। थोड़ी जी बेनती सी, कोई द्वैश च नहीं जावांगे क्योंकि जो इकाग्रता बनी है। वख वख धर्मां ने स्त्री बारे अपने अपने ख्याल पेश किए, पर गुरमत की गहराई भी जाइए, सच एवे कि सब तो पहला गुरु ग्रंथ साहिब विच स्त्री के संबंध में जो बोलिया वो बाबा फरीद साहब है। बाबा फरीद साहब ने जो शब्द वरतिया, गुरु नानक साहब ने शब्द वरते ने, उसनूं क्यों मंदा कहिए? जिसने राजियां नूं जन्म दिता, बाबा फरीद साहब ने शब्द वरते कि जिन्हां नूं परमात्मा ने अपने लड़ नाल ला लिया, वो परमात्मा दे दर दे दरवेश बन गए। उन्हां दरवेशां दे चरण मैं चुमना जिन्हां सच नूं पहचानिया, ते सच एवे कि जिन्हां रंग रत्ते दरवेशां नूं मां ने जन्म दिता, उस कुख नूं भी धन मैं कहना कि जिस कुख राही बंदगी वाला पैदा होया है। याद रखो, ते स्त्री का जिक्र है। उसी अमृत बचन पढ़ने, आप लिए लड़ लाए दर दरवेश से। इस दी विचार आपां कल भी कीती सी, दरवेश शब्द दी मैं बेनती कीती सी, रिपीट नहीं करांगा। दरवेश दर ते डिग्या होया, आप लिए लड़ लाए, अपने लड़ नाल रब ने, परमात्मा जी ने, वैगुरु ने ला लिया। जेड़े अपना लड़ नाल ला ले वो ही उस दे दर दे दरवेश ने। आप लिए लड़ लाए दर दरवेशे, तिन धन जने दी माऊ आए सफल से। उथे दरवेश दी मां नूं धन शब्द नाल, सत्कारयोग शब्दां नाल वरतिया, संबोधन किया। गुरु ग्रंथ साहिब जी की बाणी विच एक होर वचन आउंदा है कि धन जननी जिन जाया, धन पिता प्रधान। उत्थे भी शब्द वरतिया कि वो जननी धनता योग है, वो पिता सत्कार योग है, जिस जननी की कुख राही इबादत वाला पैदा होया है। याद रखो, इत्थे निंदिया नहीं गया। तीसरी बेनती, श्री गुरु ग्रंथ साहिब की अमृत बाणी च हजूर का एक पवित्र बचन जिहड़ा आप सब नूं चेते है कि सा धरती पई खरियावली, जिथे मेरा सतगुर बैठा आए, से जंत पै खरियावले, जिन्नी मेरा सतगुर देखिया जाए। उस तो अगले बचन ने, धन धन पिता, धन धन कुल, धन धन सो जननी। फिर शब्द देते, एदा मतलब ओ स्त्री जामा जिस कुख राही परमात्मा की इबादत वाला संत, महापुरख, सूरबीर, भगत जन्म लैंदा है। सच एवे कि ओ कुख नूं गुरु ग्रंथ साहिब की अमृत बाणी शब्द नमस्कार करदा है। हजूर दे बचन, धन धन पिता, धन धन कुल, धन धन सो जननी, जिन गुरु जनिया माए। देखो, ते धन धन जननी शब्द वरत्या है। पहली बेनती है कि जरूर सतगुरु ने क्या वड्डे वड्डे राजियां नूं जन्म दिता। गुरबाणी नूं होर टुब्बी मारीए, गुरु ग्रंथ साहिब जी की बाणी ने क्या केवल राजे ही नहीं, इन्हें पातशाह दे पातशाह नूं जन्म दिता जिहड़े इबादत बंदगी करन वाले होए। उस तो अगली बेनती सुनियो, थोड़ा जिहा गुरु ग्रंथ साहिब की बाणी च, गुरु ग्रंथ साहिब दे जिन्ने बाणीकार ने, उन्हां दा शरीर मर्द शरीर विच ने। इस नुकते नूं ध्यान नाल सुनियो प्लीज। उन्हां दा शरीर मर्दावा शरीर है, नर शरीर है। हालांकि जदों गुरु ग्रंथ साहिब विच मनुख लभ जाएगा, और दे अर्थ लिंग भेद विच केवल एक मर्द नाल नहीं करांगे। मनुख शब्द आएगा, ओदे अर्थ यही करांगे, भावें ओ स्त्री जामा होवे ते भावें मर्द दा जामा होवे, जिन्हों मनुखा देही मिली है। हालांकि सतगुरु ने ज्यादातर शब्द मानस ते मनुख ही वरते। भई प्राप्त मानुख दे खुरिया, गोबिंद मिलन की ए तेरी बरिया। लफ्ज इत्थे मनुख है, पर इनू कल्ले पुलिंग रूप च नहीं वरतांगे। इत्थे मनुख दा अर्थ है
ਕਿ ਉਹ ਆਤਮਾ, ਉਹ ਰੂਹ ਜਿਹਨੂੰ ਪਰਮਾਤਮਾ ਨੇ ਪੰਜਾਂ ਤੱਤਾਂ ਦਾ ਇਹ ਚੋਲਾ ਬਖਸ਼ ਦਿੱਤਾ ਹੈ। ਉੱਥੇ ਮਨੁੱਖ ਦਾ ਅਰਥ ਅਸੀਂ ਇਹੀ ਕਰਾਂਗੇ। ਗੁਰੂ ਗ੍ਰੰਥ ਸਾਹਿਬ ਦੀ ਅੰਮ੍ਰਿਤ ਬਾਣੀ ਵਿੱਚ ਹਜ਼ੂਰ ਦੇ ਇਹ ਬਚਨ ਕਿ ਦੁਲੱਭ ਦੇ ਪਾਈ ਵਡਭਾਗੀ, ਉੱਥੇ ਅਸੀਂ ਇਹਨੂੰ ਲਿੰਗ ਭੇਦ ਚ ਨਹੀਂ ਦੇਖਾਂਗੇ, ਇਹ ਇਸਤਰੀ ਲਿੰਗ ਹੈ, ਇਹ ਪੁਲਿੰਗ ਹੈ, ਇਹ ਮਰਦ ਹੈ, ਇਹ ਇਸਤਰੀ ਹੈ। ਇੱਥੇ ਸਿੱਧੇ ਅਰਥ ਸ਼ਬਦ ਬਣਨਗੇ ਕਿ ਪਾਂਚ ਤੱਤ ਕੋ ਤਨ ਰਚਿਓ, ਪੰਜਾਂ ਤੱਤਾਂ ਦੇ ਸਰੀਰ ਵਿੱਚ ਵਰਤਨ ਵਾਲੀ ਰੂਹ। ਉੱਥੇ ਦੁਲੱਭ ਦੇ ਕਿਆ ਹੈ। ਮਾਨਸ ਕੋ ਪ੍ਰਭ ਦੀ ਵਡਿਆਈ, ਉੱਥੇ ਸ਼ਬਦ ਵਰਤਿਆ। ਇਹਦਾ ਅਰਥ ਇਹ ਨਹੀਂ ਕਿ ਮਰਦ ਪ੍ਰਧਾਨ ਸਮਾਜ, ਮਾਨਵ ਕੋ ਮਾਨਸ ਸ਼ਬਦ ਵਰਤਿਆ ਹੈ। ਮੈਂ ਬੇਨਤੀ ਕਰਾਂਗਾ, ਗੁਰੂ ਗ੍ਰੰਥ ਸਾਹਿਬ ਦੀ ਬਾਣੀ 'ਚ ਬਾਣੀਕਾਰ ਜਿਹੜੇ ਨੇ ਉਹ ਸਾਰਿਆਂ ਦਾ ਸਰੀਰ ਨਰ ਸਰੀਰ ਹੈ। ਭਗਤ ਸਾਹਿਬਾਨ ਨੇ, ਭੱਟ ਸਾਹਿਬਾਨ ਨੇ, ਗੁਰੂ ਸਾਹਿਬਾਨ ਨੇ, ਗੁਰਸਿੱਖ ਨੇ। ਪਰ ਦਾਸ ਜਦੋਂ ਗੁਰੂ ਗ੍ਰੰਥ ਸਾਹਿਬ ਦਾ ਪਾਠ ਕਰਦਾ ਤੇ ਮਨ ਚ ਆਉਂਦਾ ਅਸੀਂ ਇਤਿਹਾਸ ਦੀਆਂ ਗੱਲਾਂ ਦੱਸਣੇ, ਅਸੀਂ ਕਰਾਂਗੇ। ਅੱਜ ਸਨਮਾਨਯੋਗ ਮਾਤਾ ਗੁਜਰੀ ਜੀ, ਮੇਰੀ ਇੱਛਾ ਸੀ ਕਿ ਅੱਜ ਸਿਰਫ ਉਹਨਾਂ ਦੇ ਜੀਵਨ ਤੇ ਹੀ ਬੇਨਤੀ ਸੰਗਤ ਨੂੰ ਕਰਾਂ, ਕਿਉਂਕਿ ਉਸ ਮਾਂ ਦੇ ਬਰਾਬਰ ਸਿੱਖ ਇਤਿਹਾਸ ਵੀ ਸਾਨੂੰ ਹੋਰ ਕੁਝ ਮਿਲੇਗਾ ਨਹੀਂ। ਸਨਮਾਨਯੋਗ ਮਾਤਾ ਜੀ ਦਾ ਜ਼ਿਕਰ ਕਰਨ ਤੋਂ ਪਹਿਲਾਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੀ ਬਾਰੀਕੀ ਥੋੜਾ ਜਿਹਾ ਜਾਈਏ। ਸੱਚ ਇਹ ਵੇ ਕਿ ਪਰਮਾਤਮਾ ਨੇ ਸੰਸਾਰ ਵਿੱਚ ਗ੍ਰਸਤ ਦੇ ਲਈ ਦੋ ਪੱਖ ਜ਼ਰੂਰ ਰੱਖੇ ਨੇ। ਮੇਲ ਤੇ ਫੀਮੇਲ ਦੇ ਸੁਮੇਲ ਤੋਂ ਬਿਨਾਂ ਗ੍ਰਸਤ ਦਾ ਵਿਕਾਸ ਨਹੀਂ ਹੋ ਸਕੇਗਾ। ਭਾਵਾਂ ਕਿ ਅੱਜ ਕੱਲ ਕੁਝ ਲੋਕਾਂ ਨੇ ਆਜ਼ਾਦੀ ਦੇ ਨਾਂ ਤੇ ਰੱਬ ਦੇ ਬਣਾਏ ਕੋਈ ਨੇਮ ਨੂੰ ਤੋੜਨ ਦਾ ਯਤਨ ਕੀਤਾ, ਉਹਨੂੰ ਵਿਕਾਸ ਤੇ ਅਗਾਂਹ ਵਧੂ ਤਰੱਕੀ ਦਾ ਨਾਮ ਦੇ ਕੇ ਪਰਮਾਤਮਾ ਦੀ ਬਣਾਈ ਹੋਈ ਉਸ ਜਿਹੜੀ ਅਟਲ ਖੇਡ ਹੈ ਉਹਦੇ ਵਿੱਚ ਦਖਲਅੰਦਾਜ਼ੀ ਦਿੱਤੀ। ਪਰ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ 'ਚ ਕਹਿ ਰਿਹਾ ਕਿ ਸੱਚ ਇਹ ਵੇ ਕਿ ਪਰਮਾਤਮਾ ਨੇ ਨੇਮ ਐਸਾ ਨਹੀਂ ਬਣਾਇਆ। ਮੇਰੀ ਗੱਲ ਤੁਸੀਂ ਸਮਝ ਗਏ ਹੋਗੇ, ਸਮਲਿੰਗੀ ਸ਼ਬਦ ਹੈ। ਗੁਰੂ ਗ੍ਰੰਥ ਸਾਹਿਬ ਦੀ ਅੰਮ੍ਰਿਤ ਬਾਣੀ ਵਿੱਚ ਜਦੋਂ ਗ੍ਰਸਤ ਦੀ ਗੱਲ ਕੀਤੀ ਗਈ, ਸੱਚ ਇਹ ਵੇ ਗ੍ਰਸਤ ਦਾ ਸੁਮੇਲ ਹੀ ਮੇਲ ਤੇ ਫੀਮੇਲ ਦੇ ਨਾਲ ਹੀ ਅੱਗੇ ਵਿਕਾਸ ਹੋਵੇਗਾ। ਈਵਨ ਕਿ ਗੁਰੂ ਗ੍ਰੰਥ ਸਾਹਿਬ ਦਾ ਫਲਸਫਾ ਜਦੋਂ ਪੜ੍ਹਨੇ, ਗੁਰੂ ਗ੍ਰੰਥ ਸਾਹਿਬ ਅਕਾਲ ਪੁਰਖ ਨੂੰ ਜ਼ਿਕਰ ਕਰਦੇ ਆ ਮਹਾਰਾਜ, ਜਿਹਨੂੰ ਅਸੀਂ ਵਾਹਿਗੁਰੂ ਕਹਿ ਲੋ, ਰੱਬ ਜੀ ਕਹਿ ਲੋ, ਰਾਮ ਜੀ ਕਹਿ ਲੋ, ਗੋਪਾਲ ਕਹਿ ਲੋ, ਅੱਲਾ ਕਹਿ ਲੋ। ਇੱਕ ਵਾਰ ਦਾਸ ਨੇ ਬੇਨਤੀ ਕੀਤੀ ਸੀ, ਯਾਦ ਰੱਖਿਓ, ਇਹ ਜਿੰਨੇ ਸ਼ਬਦ ਗੁਰੂ ਗ੍ਰੰਥ ਸਾਹਿਬ 'ਚ ਵਰਤੇ ਨੇ ਅਸੀਂ ਪੰਜਾਂ ਤੱਤਾਂ ਦੇ ਚੋਲੇ ਵਿੱਚ ਖਾਂ, ਸਾਨੂੰ ਸਮਝਾਉਣ ਲਈ ਗੁਰਦੇਵ ਨੇ ਸ਼ਬਦ ਵਰਤੇ ਨੇ। ਉਂਝ ਪਰਮਾਤਮਾ ਨਾ ਇਸਤਰੀ ਹੈ ਤੇ ਨਾ ਕੋਈ ਮਰਦ ਹੈ। ਇਸ ਨੁਕਤੇ ਨੂੰ ਫਿਰ ਬੇਨਤੀ ਨੂੰ ਧਿਆਨ ਨਾਲ ਸੁਣਿਓ, ਮੈਂ ਰਿਪੀਟ ਕਰਾਂਗਾ ਇਹ ਸ਼ਬਦ ਕਿ ਪਰਮਾਤਮਾ ਲਈ ਬੇਅੰਤ ਸ਼ਬਦ ਵਰਤੇ ਗਏ। ਉਂਝ ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਪਰਮਾਤਮਾ ਉਹ ਸ਼ਕਤੀ, ਉਹ ਹਸਤੀ ਹੈ ਜਿਸ ਦਾ ਕੋਈ ਚੱਕਰ ਚੇਨ ਕੋਈ ਨਹੀਂ, ਰੂਪ ਨਾ ਰੰਗ ਉਹਦਾ ਕੁਝ ਵੀ ਨਹੀਂ। ਤੇ ਖਾਸ ਕਰਕੇ ਜਾਪ ਸਾਹਿਬ ਵਿੱਚ ਗੁਰਦੇਵ ਨੇ ਉਸ ਪਰਮ ਹਸਤੀ ਦਾ ਜਿਹੜਾ ਜ਼ਿਕਰ ਕੀਤਾ, ਉੱਥੇ ਕਿਆ ਹੈ, ਕੁਝ ਵੀ ਨਹੀਂ, ਪਰ ਹੈ ਜ਼ਰੂਰ, ਕਿਉਂਕਿ ਉਹ ਸਾਰਿਆਂ ਨੂੰ ਚਲਾ ਰਿਹਾ ਹੈ। ਇੱਕ ਇੱਕ ਨੁਕਤਾ ਧਿਆਨ ਨਾਲ ਸੁਣੋਗੇ, ਮੈਂ ਖੌਮੇ 'ਚ ਨਹੀਂ ਕੋਈ ਸ਼ਬਦ ਕਹਿ ਰਿਹਾ, ਸਮਝ ਪੈ ਗਈ ਹਜ਼ੂਰ ਦੀ ਬਾਣੀ 'ਚ ਕੀ ਬਖਸ਼ਿਸ਼ ਹੈ, ਕੀ ਖਜ਼ਾਨਾ ਹੈ ਸਾਡੇ ਕੋਲ। ਚੱਕਰ ਚੇਨ ਅਰ ਬਰਨ ਜ਼ਾਤ ਅਰ ਪਾਤ ਨਹੀਂ, ਜੇ ਰੂਪ ਰੰਗ ਅਰ ਰੇਖ ਭੇਖ ਕੋ ਕਹਿ ਨ ਸਕਤ ਕੇ। ਉਹਦਾ ਕੁਝ ਵੀ ਨਹੀਂ, ਰੂਪ ਨਾ ਰੰਗ ਨਾ ਰੇਖ, ਕੁਝ ਵੀ ਨਹੀਂ। ਪਰ ਸਤਿਗੁਰੂ ਅੱਗੇ ਸ਼ਬਦ ਵਰਤੇ, ਫਿਰ ਸੁਣੋ, ਚੱਕਰ ਚੇਨ ਅਰ ਬਰਨ ਜ਼ਾਤ ਅਰ ਪਾਤ ਨਹੀਂ, ਜੇ ਰੂਪ ਰੰਗ ਅਰ ਰੇਖ ਭੇਖ ਕੋ ਕਹਿ ਨ ਸਕਤ ਕੇ। ਕੋਈ ਉਹਦਾ ਰੰਗ ਨਹੀਂ, ਕੋਈ ਉਹਦਾ ਰੂਪ ਨਹੀਂ, ਕੋਈ ਉਹਦੀ ਨਸਲ ਨਹੀਂ, ਕੋਈ ਉਹਦੀ ਜਾਤ ਨਹੀਂ, ਕੋਈ ਉਹਦੀ ਪਾਂਤ ਨਹੀਂ। ਇੱਥੇ ਫਿਰ ਸਵਾਲ ਉੱਠੇਗਾ, ਫਿਰ ਕੁਝ ਵੀ ਨਹੀਂ। ਮਹਾਰਾਜ ਕਹਿੰਦੇ ਨਹੀਂ, ਉਹ ਹੈ। ਚੱਕਰ ਚੇਨ ਅਰ ਬਰਨ ਜ਼ਾਤ ਅਰ ਪਾਤ ਨਹੀਂ, ਜੇ ਰੂਪ ਰੰਗ ਅਰ ਰੇਖ ਭੇਖ ਕੋ ਕਹਿ ਨ ਸਕਤ ਕੇ। ਅਚਲ ਮੂਰਤ, ਮੂਰਤ ਜਿਹਨੂੰ ਗੁਰੂ ਗ੍ਰੰਥ ਸਾਹਿਬ 'ਚ ਮੂਲ ਮੰਤਰ 'ਚ ਕਿਹਾ ਅਕਾਲ ਮੂਰਤ। ਇੱਥੇ ਮੂਰਤ ਦਾ ਅਰਥ ਚਿੱਤਰ ਨਹੀਂ ਕਰਾਂਗੇ। ਯਾਦ ਰੱਖਿਓ, ਉਹਦਾ ਚਿੱਤਰ ਕੌਣ ਬਣ ਜੰਮਿਆ, ਬਣਾਉਣ ਵਾਲਾ। ਜਾਪ ਸਾਹਿਬ ਵਿੱਚ ਗੁਰੂ ਗੋਬਿੰਦ ਸਿੰਘ ਕਹਿੰਦੇ ਨੇ ਕਿ ਚਿਤਰੰਗ ਬਹੀਨੈ ਕਿ ਏਕੈ ਅਧੀਨੈ। ਪਰਮਾਤਮਾ ਦੀ ਕੋਈ ਤਸਵੀਰ ਨਹੀਂ ਬਣਾ ਸਕਦਾ। ਹਜ਼ੂਰ ਸੱਚੇ ਪਾਤਸ਼ਾਹ ਨੇ ਤੇ ਕਿਹਾ ਕਿ ਹੈ ਅਕਾਲ ਮੂਰਤ। ਮੈਂ ਪਿਛਲੇ ਦਿਨੀ ਵੀ ਕਿਹਾ, ਕਾਲ ਦਾ ਅਰਥ ਸਮਾਂ, ਅਕਾਲ ਦਰ ਤੇ ਸਮੇਂ ਤੋਂ ਉੱਪਰ।
ਤੇ ਮੂਰਤ ਦਾ ਅਰਥ ਹੈ ਹੋਂਦ, ਕਿ ਜਿਹਨੂੰ ਕਿਹਾ ਗਿਆ ਇਹਦਾ ਰੂਪ ਰੇਖ ਕੁਝ ਵੀ ਨਹੀਂ, ਪਰ ਇਹਦਾ ਮਤਲਬ ਇਹ ਨਹੀਂ ਕਿ ਨਾਸਤਕ ਬਣ ਕੇ ਕਹੋ ਕਿ ਰੱਬ ਦੀ ਹੋਂਦ ਨਹੀਂ। ਦ੍ਰਿਸ਼ਟਮਾਨ ਕੁਝ ਨਹੀਂ ਦਿਸਦਾ ਪਿਆ, ਪਰ ਚੇਤੇ ਰੱਖੀ ਅਦ੍ਰਿਸ਼ਟ ਹੋ ਕੇ ਸਾਰੇ ਦ੍ਰਿਸ਼ਟਮਾਨ ਨੂੰ ਚਲਾਉਂਦਾ ਪਿਆ। ਦੇਖੋ ਸ਼ਬਦ ਕੀ ਵਰਤਿਆ ਕਿ ਅਚਲ ਮੂਰਤ, ਜਿਹਨੂੰ ਅਕਾਲ ਮੂਰਤ ਕਿਹਾ। ਅਚਲ ਤੇ ਅਕਾਲ ਦੇ ਅਰਥ ਇੱਕੋ ਹੋਣਗੇ, ਕਿਉਂਕਿ ਕਾਲ ਹੀ ਬੰਦੇ ਨੂੰ ਚਲਾਏਮਾਨ ਰੱਖਦਾ ਹੈ। ਜਿੱਥੇ ਅਕਾਲ ਆ ਜਾਏਗਾ ਉੱਥੇ ਅਚਲ ਆ ਜਾਏਗਾ, ਕਿਉਂਕਿ ਕਾਲ ਚਲਾਏਮਾਨ ਹੈ। ਦਾਸ ਨੇ ਇੱਕ ਵਾਰ ਅਰਜ਼ ਕੀਤੀ ਕਿ ਪੰਜਾਬੀ ਦਾ ਸ਼ਬਦ ਬੜੇ ਕਮਾਲ ਦਾ ਹੈ। ਅਸੀਂ ਲਫ਼ਜ਼ ਕੱਲ ਵਰਤਨੇ, ਅਕਸਰ ਅੰਗਰੇਜ਼ੀ ਵਿੱਚ 2 ਦਿਨਾਂ ਲਈ ਇੱਕ ਸ਼ਬਦ ਦੀ ਵਰਤੋਂ ਨਹੀਂ। ਫਿਊਚਰ ਤੇ ਪਾਸਟ ਵਾਸਤੇ ਵੱਖਰੇ ਵੱਖਰੇ ਸ਼ਬਦ ਨੇ। ਅਸੀਂ ਟੂਡੇ, ਯਸਟਰਡੇ, ਟੁਮਾਰੋ ਸ਼ਬਦ ਵਰਤਨੇ, ਪਰ ਪੰਜਾਬੀ ਵਿੱਚ ਇੱਕ ਸ਼ਬਦ ਨੂੰ ਅਸੀਂ ਫਿਊਚਰ ਤੇ ਪਾਸਟ ਵਾਸਤੇ ਵਰਤਨੇ ਆ, ਉਹ ਹੈ ਕੱਲ। ਕੱਲ ਸ਼ਬਦ ਸਾਡੇ ਵਿੱਚ ਭਵਿੱਖ ਦੀ ਵਿਆਖਿਆ ਵੀ ਕਰਦਾ ਹੈ, ਤੇ ਕੱਲ ਸ਼ਬਦ ਜਿਹੜਾ ਸਾਡੇ ਵਿੱਚ ਪਾਸਟ ਦੀ ਵਿਆਖਿਆ ਵੀ ਕਰਦਾ ਹੈ, ਜਿਹਨੂੰ ਬਾਣੀ ਨੇ ਕਾਲ ਸ਼ਬਦ ਵੀ ਵਰਤਿਆ। ਪਰ ਕੀ ਕਾਰਨ? ਜਿਹੜਾ ਆਉਣ ਵਾਲਾ ਉਹ ਵੀ ਕੱਲ, ਮੈਂ ਕੱਲ ਇਹ ਕਰਾਂਗਾ। ਜਿਹੜਾ ਲੰਘ ਗਿਆ ਕੱਲ ਇਹ ਮੈਂ ਕੀਤਾ। ਪਰ ਇੱਕ ਲਫ਼ਜ਼ ਨੂੰ ਅਸੀਂ 2 ਕਾਲਾਂ ਵਿੱਚ ਕਿਉਂ ਅਰਥ ਕਰ ਦਿੱਤੇ? ਸਾਡੇ ਜਿੰਨੇ ਵੀ ਸ਼ਬਦਾਵਲੀ ਦੇਣ ਵਾਲੇ ਸਨ ਉਹਨਾਂ ਦਾ ਕੋਈ ਮਤਲਬ ਸੀ? ਹਾਲਾਂਕਿ ਗੁਰੂ ਸਾਹਿਬ ਲਈ ਇੱਕ ਸ਼ਬਦ ਵਰਤਨੇ ਆ। ਅਸੀਂ ਗੁਰੂ ਨਾਨਕ ਸਾਹਿਬ ਦਾ ਆਗਮਨ ਦਿਵਸ ਮਨਾ ਰਹੇ ਹਾਂ। ਮੇਰੇ ਮਨ ਚ ਆਇਆ ਆਗਮਨ ਲਫ਼ਜ਼, ਫਿਰ ਸੁਣਿਓ, ਇਹ ਵਿਚਲਿਤ ਨਾ ਹੋਇਓ। ਆਗਮਨ ਲਫ਼ਜ਼ ਜਨਮ ਮਰਨ ਦੇ ਸਰਕਲ ਦੀ ਗੱਲ ਕਰਦਾ ਹੈ। ਆਗਮਨ ਦਰ ਤੇ ਆ ਤੇ ਗਮਨ ਦਰ ਤੇ ਚਲਾ ਗਿਆ। ਆਇਆ ਔਰ ਚਲਾ ਗਿਆ, ਜੰਮਿਆ ਤੇ ਮਰ ਗਿਆ। ਪਰ ਗੁਰੂ ਆਵਾਗਾਉਂ ਚ ਨਹੀਂ, ਲਫ਼ਜ਼ ਪ੍ਰਚਲਿਤ ਹੈ। ਹਜ਼ੂਰ ਸੱਚੇ ਪਾਤਸ਼ਾਹ ਦੀ ਬਾਣੀ ਚੋਂ ਹੁਣ ਇਹ ਕੱਲ ਲਫ਼ਜ਼ ਜਿਹੜਾ ਹੈ, ਤੇ ਸਾਡੇ ਜਿੰਨੇ ਵੀ ਸ਼ਬਦ ਨੇ, ਨਹੀਂ ਕੋਈ ਮੈਂ ਭਾਸ਼ਾ ਦਾ ਵਿਗਿਆਨੀ ਆ ਕੋਈ ਗੱਲ ਕਰ ਲੱਗ ਪਿਆ ਸੀ। ਕੋਈ ਵੀ ਬੰਦਾ ਹੁੰਦਾ ਹੈ, ਸੱਚ ਇਹ ਵੇ ਉਹਦੇ ਆਉਣ ਨਾਲ ਉਹਦੇ ਜਾਣ ਬਾਰੇ ਨਾਲ ਹੀ ਕਿਹਾ ਜਾਂਦਾ। ਅਸੀਂ ਸ਼ਬਦ ਵਰਤਨੇ ਆ, ਫਲਾਣਾ ਸਿੰਘ ਆ ਗਿਆ। ਕਮਾਲ ਦੀ ਗੱਲ, ਆ ਤੇ ਨਾਲ ਗਿਆ, ਇਹ ਦੋਨੋਂ ਸ਼ਬਦ ਇਕੱਠੇ ਰੱਖ ਦਿੱਤੇ ਕਿ ਚੇਤੇ ਰੱਖਿਓ ਜਿਹੜਾ ਆਇਆ ਹੈ ਉਹ ਜਾਏਗਾ। ਆ ਤੇ ਗਿਆ। ਹੁਣ ਕੱਲ ਸ਼ਬਦ ਜਿਹੜਾ ਹੈ ਉਹ ਬੀਤੇ ਦੀ ਤੇ ਭਵਿੱਖ ਦੀ ਗੱਲ ਕਰਦਾ। ਇਹ ਸ਼ਬਦ ਸਾਡੇ ਪੂਰਵਜਾਂ ਨੇ ਮੇਰਾ ਖਿਆਲ ਤਾਂ ਵਰਤਿਆ, ਜਿਹੜਾ ਲੰਘ ਚੁੱਕਾ ਹੈ ਉਹ ਸਾਡੇ ਹੱਥ 'ਚ ਨਹੀਂ, ਜਿਹਨੇ ਆਉਣਾ ਹੈ ਉਹ ਸਾਡੇ ਹੱਥ 'ਚ ਨਹੀਂ, ਉਹ ਦੂਰ ਹੈ। ਕੱਲ ਤੋਂ ਲਫ਼ਜ਼ ਕਾਲ ਬਣਿਆ। ਯਾਦ ਰੱਖਿਓ, ਅੱਜ ਤੱਕ ਕਦੀ ਵੀ ਕਿਸੇ ਕੋਲ ਕੱਲ ਨਹੀਂ ਆਇਆ। ਜਿੱਦਣ ਆਇਆ ਅੱਜ ਆਇਆ, ਤੇ ਅੱਜ 12 ਘੰਟਿਆਂ ਦਾ ਨਾਂ ਨਹੀਂ, ਅੱਜ ਕੇਵਲ ਅੰਦਰ ਗਏ ਹੋਏ ਸਵਾਸ ਦਾ ਨਾਂ ਹੈ। ਅੰਦਰ ਆ ਗਿਆ ਸਵਾਸ ਤੇ ਅੱਜ ਨਾ ਆਇਆ ਤੇ ਕੱਲ ਹੈ। ਜੇ ਹੋਰ ਡੂੰਘਾਈ 'ਚ ਜਾਓਗੇ, ਜਿਹਨੂੰ ਗੁਰੂ ਨੇ ਬਾਣੀ 'ਚ ਬੜੀ ਬਰੀਕੀ ਸ਼ਬਦ ਵਰਤਿਆ, ਹਮ ਆਦਮੀ ਖਾਂ ਇੱਕਦਮੀ ਕਿਹਾ, ਦਿਨ ਨਹੀਂ ਕਿਹਾ, ਪੈਰ ਨਹੀਂ ਕਿਹਾ। ਅੱਜ ਦੀ ਵਿਆਖਿਆ 12 ਘੰਟੇ ਮਤ ਕਰੋ। ਅੱਜ ਦੀ ਵਿਆਖਿਆ ਸਿਰਫ ਇੰਨੀ ਕੁ ਹੈ ਕਿ ਜੋ ਮੇਰੇ ਅੰਦਰ ਚਲਾ ਗਿਆ ਉਹ ਅੱਜ ਹੈ, ਜਿਹੜਾ ਬਾਹਰ ਨਿਕਲ ਗਿਆ ਉਹ ਕੱਲ ਹੈ। ਹਜ਼ੂਰ ਨੇ ਇੱਕ ਬਖਸ਼ਿਸ਼ ਕੀਤੀ। ਗੁਰੂ ਗ੍ਰੰਥ ਸਾਹਿਬ ਦੀ ਬਾਣੀ 'ਚ ਮੈਂ ਗੱਲ ਸ਼ੁਰੂ ਕੀਤੀ, ਪਰਮਾਤਮਾ ਦਾ ਕੋਈ ਚੱਕਰ ਚਿੰਨ੍ਹ, ਕੋਈ ਰੂਪ ਰੇਖ ਨਹੀਂ। ਪਰ ਜਿਵੇਂ ਭਾਈ ਸਾਹਿਬ ਨੇ ਸ਼ਬਦ ਵਰਤਿਆ ਕਿ ਭਾਵ ਬਣਾਓ, ਯਾਦ ਰੱਖਿਓ ਭਾਵ ਤੁਹਾਡੇ ਅੰਦਰ ਦੀ ਸ਼ਰਧਾ ਤੇ ਨਿਰਭਰ ਕਰੇਗਾ। ਮੈਂ ਤੁਹਾਡਾ ਭਾਵ ਨਹੀਂ ਬਣਾ ਸਕਾਂਗਾ। ਹਰ ਬੰਦਾ ਗੁਰੂ ਗ੍ਰੰਥ ਸਾਹਿਬ ਦਾ ਜਿਹੜਾ ਪਾਠ ਕਰਨ ਵਾਲਾ ਉਹਦਾ ਭਾਵ ਇੱਕੋ ਜਿਹਾ ਨਹੀਂ। ਹਰ ਬੰਦੇ ਦਾ ਪਾਠ ਕਰਨ ਦੇ ਅੱਗੇ ਸੁਰਤ ਉਚਾਰਨ ਇੱਕ ਹੋ ਸਕਦਾ ਹੈ, ਆਵਾਜ਼ ਇੱਕ ਹੋ ਸਕਦੀ ਹੈ, ਸੁਰ ਇੱਕ ਹੋ ਸਕਦੀ ਹੈ, ਮੱਥਾ ਟੇਕਣ ਦਾ ਤਰੀਕਾ ਇੱਕ ਹੋ ਸਕਦਾ ਹੈ। ਪਰ ਯਾਦ ਰੱਖਿਓ ਦੁਨੀਆ ਵਿੱਚ ਭਾਵ ਸਭ ਦੇ ਇੱਕ ਨਹੀਂ ਹੁੰਦੇ, ਭਾਵ ਸਭ ਦੇ ਵੱਖਰੇ ਵੱਖਰੇ ਹੁੰਦੇ ਆ। ਹਰ ਇੱਕ ਬੰਦੇ ਦਾ ਭਾਵ ਵੱਖਰਾ ਹੈ। ਗੁਰੂ ਸਾਹਿਬ ਨੇ ਕਿਹਾ ਜੇ ਭਾਵ ਬਣਿਆ, ਇੱਕ ਪਾਸੇ ਉਹਦਾ ਕੋਈ ਰੂਪ ਰੇਖ ਨਹੀਂ, ਪਰ ਭਾਵ ਬਣਾ ਕੇ ਕਹਿ ਦਿੱਤਾ, ਹਾਂ ਉਹਦੀ ਝਲਕ ਮਿਲੀ ਵੀ ਉਹ ਮਨੋਕਲਪਤ ਨਹੀਂ। ਮਤਾ ਕੋਈ ਸਮਝੇ ਵੀ ਸੁਰਤ ਦੀ ਕਲਪਨਾ ਵਿੱਚੋਂ ਦ੍ਰਿਸ਼ ਪੈਦਾ ਕਰ ਦਿੱਤਾ। ਭਗਤ ਨਾਮਦੇਵ ਸਾਹਿਬ ਨੇ ਦੇਖਿਆ ਤੇ ਉਹਨਾਂ ਨੇ ਸ਼ਬਦ ਕਿਹਾ, ਖੂਬ ਤੇਰੀ ਪਗੜੀ, ਮਿੱਠੇ ਤੇਰੇ ਬੋਲੋ ਦਾ ਤਾਂ ਰੂਪ ਰੇਖ ਹੀ ਕੋਈ ਨਹੀਂ। ਗੁਰੂ ਨਾਨਕ ਸਾਹਿਬ ਨੇ ਝਲਕ ਪਾਈ ਤੇ ਸ਼ਬਦ ਵਰਤਿਆ,
कि तेरे बंके लोयन दंत रसाला, सोहने नक जिन लंबड़े वाला। एक भाव से मेरी बेनती जरूर समझ पैरी होनी है, क्योंकि भाव तो बिना भगती हो ही नहीं सकती। भाव तो बिना जेडे बंदे बाणी पढ़ते हैं अक्सर बंदे खुशक हो जाते हैं, गुरबाणी उन्होंने चेते हुंदी है पर अंदर तरावट खत्म हो जाती है, अंदर रस नहीं हुंदा, क्योंकि भाव नहीं। ते भाव उन्नी देर तक पैदा नहीं हुंदा जिन्नी देर तक भावना वाली दी संगत नहीं। हाँ, रब तरस करे कोई पूर्वली बख्शिश लैके आ जाए, भाव साध संगत बिना भाव नहीं उपजे, भाव बिन भगत नहीं होए, तेरी किड्डी किड्डी बख्शिश की। भाव तो भावना वाले, यह शब्द भावना भावना सी वार कहने, पर दुख इस चीज का है जिन्ना अंदर भाव पैदा होने दे यत्न होए वो अक्सर कर्म कांडी बन के रह गए। चेते रखियो, जिन्ना अंदर भाव नहीं रहा वो खुश ज्ञानी बन के रह गए। लफ्ज फिर मैं दोहरा देना, जिन्ना ने भाव बनाए वो कर्म कांडी बन गए, रुक गए उथे। याद रखियो, वो भावना शब्द नूं भी नरजंद कर गए कि साडे बाबा जी ने यह कहा सी, साडे भाई साहब ने कहा सी, पर उन्हां किवें कहा वो रस ले गए। चेते रखियो, बाकी सिर्फ उन्होंने घुट के पकड़ के खलोते रहे। वो मील पत्थर गढ़ के गए कि इन्ना सफर मैं तय कर चुका वा, इत्थे पहुंच गया। जिन्हां ने पहुंचिया उन्हां मील पत्थर गड्ढे, मेरे वर्गे मील पत्थर नूं पकड़ के भावना दे अर्थ कर लग गए। चले तो नहीं ना। हजूर ने कहा भी भाव, जदों भाव बनिया उत्थे शब्द वरते, तेरे बंके लोयन दंत रसाला, सोहने नक जिन लंबड़े वाला। गुरु ग्रंथ साहब याद रखियो, निर्गुण ते सरगुण दी दोनों की गल कर दे। मैं विषय तो दूर नहीं गया, भटकिया नहीं, मैं गल इस्तरी दी करनी। गुरु ग्रंथ साहब च गुरु ग्रंथ साहब कल्ले निर्गुण से सरगुण, इस तो होर गहरा जाइए। गुरु ग्रंथ साहब सुन समाधि की गल करते हैं। एक बचन तुसी अपना सुखमनी साहब का श्लोक, सरगुण निर्गुण निरंकार, सरगुण गुणा संयुक्त, निर्गुण गुण तो रहत। पर चेते रखियो, गुण तो रहत दा अर्थ नहीं ओदी ताकत नहीं, तिन्ना गुणा तो ऊपर। सरगुण निर्गुण निरंकार, सुन समाधि आप, सब तो महंगी कथा गुरु ग्रंथ साहिब विच श्लोक दी है। सरगुण निर्गुण निरंकार, सुन समाधि आप, आपन किया नानका। आ सरगुण हो गया जी, आपन किया नानका, आपे ही फिर जाप अपना कीता, अपना बनाया ते अपने आप नूं जपी जांदा है। गुरु ग्रंथ साहिब दी पवित्र बाणी च जदों भाव बनाया कि गुरु साहब ने इस तरह थोड़ा कहा भी ये संसार माड़ा। मैं तो एक दिन बाहर अमेरिका क्या, वो भले लोगों, रब ने तो खुद नूं संसार नूं नहीं छड्डिया, लोकी संसार नूं छड्ड के रब लभण तुर पए। इस लफ्ज नूं फिर रिपीट करांगा, रब ने संसार नहीं छड्डिया, परमात्मा ने खरका बागरा अपना बना के बाग नहीं छड्डिया। मेरा गुरु कहना है, जिन्हें खुद संसार रच के संसार भी समाया है, जिन्हें अपनी रचना नूं छड्डिया नहीं, तू उहनूं लभण तुर पिया जिहड़ा इहदे विच समाया होया। तू संसार छड्डना चाहना, वो तां कर आसन डिठो चाओ। सतगुरु दी जिहड़ी सुरत है ਉਹਦੇ ਵਿੱਚ ਜਦੋਂ ਉਹ ਨਿਰਗੁਣ ਦੀ ਗੱਲ ਕਰਨਗੇ ਕਹਿਣਗੇ ਕੁਝ ਵੀ ਨਹੀਂ, ਜਦੋਂ ਸਰਗੁਣ ਦੀ ਗੱਲ ਕਰਨਗੇ ਕਹਿਣਗੇ ਇਹਨਾਂ ਸਾਰੀਆਂ ਸੰਗਤ ਦੀਆਂ ਅੱਖਾਂ ਵਿੱਚ ਮੇਰੇ ਗੁਰੂ ਨਾਨਕ ਦੇਖ ਰਿਹਾ ਹੈ। देखो बचन सी पढ़ने रोज, सहस तब नैन नन नैन है तोहे को, सहस मूर्त नन्ना एक तो ही सहस पद बम गंग। सतगुरु कहते ने परमात्मा दे हजारां नेत्र ने, एक भी नेत्र नहीं, हजारां पैर ने, एक भी पैर नहीं। वो सरगुण ते निर्गुण जदों बाणीकार उन्होंने बाणी उचारण की, क्योंकि इस्तरी जामे नूं जिहड़ी रब ने दात दिती, खिमा करियो, शायद वो मर्द कोल नहीं। ये नहीं कि मैं कोई इस्तरी ते मर्द दे विच वखरेवा पैदा करना है। मुद्दतां तो इस्तरी लई बड़ी अपमानजनक शब्दावली वरतींदी रही, पर हिंदुस्तान विच दुनिया भर च दसना चाहिए है कि इस प्लैनेट ते एक वो भी थां है
ਜਿੱਥੇ ਇੱਕ ਇਸਤਰੀ ਨੇ, ਸੱਚ ਇਹ ਵੇ ਕੋਈ ਮਾਂ ਆਪਣੇ ਬੱਚਿਆਂ ਨੂੰ ਇਹ ਨਹੀਂ ਕਹਿੰਦੀ ਤੁਸੀਂ ਮਰ ਜਾਓ। ਕੇਵਲ ਇੱਕ ਮਾਂ ਗੁਜਰੀ ਹੈ ਜਿਹੜੀ ਬੁਰਜ ਤੇ ਖਲੋਤੀ ਕਹਿੰਦੀ ਹੈ ਬੱਚਿਓ ਮਰ ਜਾਓ, ਪਰ ਦਾਦੇ ਦੀ ਪੱਗ ਨੂੰ ਦਾਗ ਨਾ ਲੱਗਣ ਦਿਆ। ਸਿਰਫ ਦੁਨੀਆ ਵਿੱਚ ਇੱਕੋ ਹੈ, ਹੋਰ ਕੋਈ ਨਹੀਂ। ਦਾਸਤਾਨ ਕਿਤੇ ਤਵਾਰੀਖ ਨਹੀਂ ਮਿਲੇਗੀ। ਇਸਤਰੀ ਕੋਲ ਆਪਾਂ ਸਮਰਪਣ ਹੈ। ਸੱਚ ਇਹ ਉਹ ਆਪਣੇ ਮਾਲਕ ਤੋਂ ਕਦੀ ਕੁਛ ਲੁਕਾਉਂਦੀ ਨਹੀਂ। ਮੈਂ ਸਾਰੀਆਂ ਗੱਲਾਂ ਗੁਰੂ ਗ੍ਰੰਥ ਸਾਹਿਬ ਚੋਂ ਅੱਗੇ ਕਰਾਂਗਾ, ਇਸ ਕਰਕੇ ਕਿ ਭਾਵੇਂ ਬਾਣੀ ਦੇ ਉਚਾਰਨ ਕਰਤਾ ਮਰਦ ਜਾਮੇ ਵਿੱਚ ਨੇ, ਜਦੋਂ ਪਰਮਾਤਮਾ ਨੂੰ ਖੁਸ਼ ਕਰਨ ਦੀ ਗੱਲ ਚੱਲੀ, ਉਹਨਾਂ ਮਰਦ ਜਾਮੇ ਵਾਲਿਆਂ ਨੇ ਵੀ ਇਸਤਰੀ ਬਣ ਬਣ ਕੇ ਰੱਬ ਨੂੰ ਰਿਝਾਉਣ ਦਾ ਯਤਨ ਕੀਤਾ। ਇਸ ਨੁਕਤੇ ਨਾਲ ਕਿਉਂ ਨਹੀਂ ਬਾਣੀ ਪੜ੍ਹਦੇ? ਕੱਲੀ ਠੀਕ ਹੈ ਗੁਰੂ ਨਾਨਕ ਸਾਹਿਬ ਦੀ ਤੁਕ ਨੂੰ ਨਮਸਕਾਰ, ਉਸ ਵਰਗਾ ਕੋਈ ਨਹੀਂ, ਪਰ ਇਸ ਨੁਕਤੇ ਨੂੰ ਸੰਗਤ ਵਿੱਚ ਉਭਾਰ ਕੇ ਲਿਆਈਏ ਕਿ ਬਾਣੀਕਾਰ ਵੀ ਕਹਿੰਦੇ ਨੇ ਪਰਮਾਤਮਾ ਰਿਝੇਗਾ ਜੇ ਇਸਤਰੀ ਬਣ ਕੇ ਉਹਨੂੰ ਰੁਝਾਉਣ ਦਾ ਯਤਨ ਕਰੇਗਾ। ਤੇ ਚੇਤੇ ਰੱਖਿਓ ਉੱਥੇ ਇਸਤਰੀ ਸ਼ਬਦ ਸੁਹਾਗਣ ਤੇ ਸਤਵੰਤੀ ਨਾਲ ਜੋੜ ਕੇ ਰੱਖਿਆ ਗਿਆ। ਉੱਥੇ ਕੱਲਾ ਇਸਤਰੀ ਸ਼ਬਦ ਵਕਾਊ ਤਨ ਲਈ ਨਹੀਂ ਵਰਤਿਆ ਗਿਆ। ਕਿੰਨੀ ਬਰੀਕੀ ਭਾਈ ਮਹਾਰਾਜ ਜੀ ਨੇ, ਗੁਰੂ ਸਾਹਿਬ ਨੇ ਬਖਸ਼ਿਸ਼ ਕੀਤੀ। ਉਹਨਾਂ ਦੇਖਿਆ ਇਸਤਰੀ ਅੰਦਰ ਕੋਮਲਤਾ ਹੈ। ਇਹਨੂੰ ਯਾਦ ਰੱਖਿਓ, ਅਸੀਂ ਕਹਿ ਦਿੰਦੇ ਆ ਬਰਾਬਰਤਾ। ਵਾਹਿਗੁਰੂ ਜੀ ਆਤਮਿਕ ਤੌਰ ਤੇ ਬਰਾਬਰਤਾ ਹੈ, ਸ਼ਰੀਰਕ ਤੌਰ ਤੇ ਰੱਬ ਨੇ ਜੋ ਚੱਕਰ ਚਿੰਨ ਪੈਦਾ ਕੀਤੇ ਨੇ, ਦੁਨੀਆ ਦਾ ਕੋਈ ਵੀ ਬੰਦਾ ਇਸ ਨੂੰ ਬਰਾਬਰਤਾ ਚ ਨਹੀਂ ਲਿਆ ਸਕੇਗਾ। ਆਤਮਿਕ ਤੌਰ ਤੇ ਬਰਾਬਰਤਾ ਹੈ। ਗੁਰੂ ਗ੍ਰੰਥ ਸਾਹਿਬ ਦੀ ਪਵਿੱਤਰ ਬਾਣੀ ਚ ਇਸਤਰੀ ਕੋਲ ਕੋਮਲਤਾ ਹੈ, ਉਸ ਕੋਲ ਕੁਰਬਾਨੀ ਦਾ ਜਜ਼ਬਾ ਹੈ। ਤੇ ਮੈਂ ਪਿਛਲੇ ਦਿਨ ਇੱਕ ਬੇਨਤੀ ਕੀਤੀ ਸੀ, ਉਹ ਰਿਪੀਟ ਨਹੀਂ ਕਰਾਂਗਾ। ਮੈਂ ਕਿਹਾ ਔਰਤ ਦੇ 5 ਪੜਾਅ ਨੇ। ਉਹ ਧੀ ਬਣ ਕੇ ਮਾਪਿਆਂ ਦੀਆਂ ਦੁੱਖ ਨੂੰ ਵੰਡਾਉਂਦੀ ਹੈ, ਉਹ ਭੈਣ ਬਣ ਕੇ ਵੀਰਾਂ ਦਾ ਸੁੱਖ ਮੰਗਦੀ ਹੈ, ਉਹ ਸੁਹਾਗਣ ਬਣ ਕੇ ਪਤੀ ਨੂੰ ਆਪਣਾ ਆਪ ਭੇਟ ਕਰ ਦਿੰਦੀ ਹੈ। ਮਹਾਰਾਜ ਜੀ ਨੇ ਕਿਹਾ ਸਹਿ ਕੀ ਸਾਰ ਸੁਹਾਗਣ ਜਾਣੈ, ਤਜ ਅਭਿਮਾਨ ਸੁਖ ਰਲੀਆਂ ਮਾਨੈ, ਤਨ ਮਨ ਦੇ ਨਾ ਅੰਤਰ ਰੱਖੈ। ਉਹ ਫਰਕ ਨਹੀਂ ਰੱਖਦੀ ਨਾ ਬੋਡੀ ਵਿੱਚ ਨਾ ਮਨ ਵਿੱਚ। ਸੱਚ ਇਹ ਵੇ ਕਿ ਔਰਤ ਆਪਣਾ ਤਨ ਮਨ ਦਾ ਪਰਦਾ ਸਾਰਾ ਲਾ ਕੇ ਆਪਣੇ ਮਾਲਕ ਨੂੰ ਸਮਰਪਿਤ ਕਰ ਦਿੰਦੀ ਹੈ। ਏਡੂ ਵੱਡਾ ਸਮਰਪਣ ਕੋਈ ਹੈ? ਗੁਰੂ ਗ੍ਰੰਥ ਸਾਹਿਬ ਨੇ ਭਾਵੇਂ ਉਹ ਸਮਰਪਣ ਇੱਕ ਵਾਸ਼ਨਾ ਨਾਲ ਜੁੜਿਆ ਹੋਇਆ ਵੀ ਹੈ। ਇਸ ਕਰਕੇ ਮੈਂ ਕਈ ਵਾਰੀ ਕਹਿਣਾ ਕਿ ਗੁਰੂ ਗ੍ਰੰਥ ਸਾਹਿਬ ਦੇ ਸ਼ਬਦ ਨੂੰ ਠੀਕ ਹੈ ਅਸੀਂ ਕਥਾ ਕਰਨ ਲੱਗ ਪਏ ਹਾਂ, ਅਸੀਂ ਬੋਲਣ ਲੱਗ ਪਏ ਹਾਂ, ਦਾਵਾ ਮੈਂ ਵੀ ਕਰਨਾ ਗੁਰੂ ਗ੍ਰੰਥ ਸਾਹਿਬ ਦੇ ਅਰਥ ਉੱਚੀ ਸੁਰਤ ਤੋਂ ਬਿਨਾ ਤੇ ਉਹਦੀ ਕਿਰਪਾ ਤੋਂ ਬਿਨਾ ਕਦੀ ਨਹੀਂ ਹੋ ਸਕਦੇ। ਤੇ ਉੱਚੀ ਸੁਰਤ ਵਾਲਾ ਅਰਥ ਕਰਕੇ ਕਦੀ ਅਰਥਾਂ ਦਾ ਦਾਵਾ ਨਹੀਂ ਕਰਦਾ। ਗਿਆਨੀ ਜਿਉਂ-ਜਿਉਂ ਸਮੱਗਰੀ ਇਕੱਠੀ ਕਰਦਾ ਹੈ, ਕਿਸੇ ਵੀ ਧਰਮ ਵਿੱਚ ਹੋਵੇ, ਆਦਿ ਕਾਲ ਤੋਂ ਗਿਆਨੀ ਤੇ ਆਤਮ ਰਸੀਏ ਦਾ ਵੈਰ ਚੱਲਿਆ ਆਉਂਦਾ ਹੈ, ਕਿਉਂਕਿ ਗਿਆਨੀ ਰੱਬ ਦਾ ਦਾਵਾ ਕਰਕੇ ਉਹਦੇ ਤੇ ਕਾਬਜ ਹੋਣ ਦਾ ਯਤਨ ਕਰਦਾ ਹੈ ਤੇ ਭਗਤ ਆਪਣਾ ਆਪ ਲੁਟਾ ਕੇ ਰੱਬ ਤੋਂ ਕੁਰਬਾਨ ਹੋਣ ਦਾ ਯਤਨ ਕਰਦਾ ਹੈ। ਫਿਰ ਸ਼ਬਦ ਸੁਣਿਓ, ਗੁਰੂ ਗ੍ਰੰਥ ਸਾਹਿਬ ਵਿੱਚ ਕਿਸੇ ਪੰਡਤ ਦੀ ਬਾਣੀ ਨਹੀਂ। ਪੰਡਤ ਦਾ ਅਰਥ ਵਿਦਵਾਨ। ਜੇ ਪੰਡਤ ਸਾਹਮਣੇ ਆਇਆ, ਗੁਰੂ ਗ੍ਰੰਥ ਸਾਹਿਬ ਨੇ ਕਿਹਾ ਪੰਡਿਆ ਕਵਨ ਕੁਮਾ ਤੁਮ ਲਾਗੇ। ਵਿਦਵਾਨ ਨੂੰ ਕਿਹਾ ਕਹੋ ਰੇ ਪੰਡਿਤ ਬਾਹਮਣ ਕਬ ਕੇ ਹੋਏ, ਬਾਹਮਣ ਕਹਿ ਕੇ ਜਨਮ ਮਤ ਖੋਏ। ਗਿਆਨੀ ਕੋਲ ਜਦੋਂ ਸ਼ਬਦਾਂ ਦੀ ਸਮੱਗਰੀ ਇਕੱਠੀ ਹੁੰਦੀ ਹੈ, ਉਹ ਹਮੇਸ਼ਾ ਉਸ ਸਮੱਗਰੀ ਦੀ ਖੌਮੇ ਵਿੱਚ ਜਿੰਦਾ ਹੈ। ਭਗਤ ਕੋਲ ਜਿਉਂ-ਜਿਉਂ ਪਰਮਾਤਮਾ ਦੀ ਕਿਰਪਾ ਵਰਤਦੀ ਹੈ, ਸੱਚ ਇਹ ਵੇ ਉਹ ਕਿ ਧਰਤੀ ਤੋਂ ਵੀ ਨੀਵਾਂ ਹੋ ਜਾਂਦਾ ਹੈ। ਪਰ ਉਹ ਨਕਲ ਮਾਰ ਕੇ ਨੀਵਾਂ ਨਹੀਂ ਹੁੰਦਾ, ਉਹ ਕਪਟ ਦੇ ਤੌਰ ਤੇ ਨੀਵਾਂ ਨਹੀਂ ਹੁੰਦਾ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੇ ਇਹ ਵੀ ਮਨ ਚੋਂ ਭੁਲੇਖਾ ਕੱਢ ਦਿੱਤਾ, ਜਿਹੜਾ ਬੰਦਾ ਬਹੁਤ ਮਿੱਠਾ ਬੋਲੇ ਜ਼ਰੂਰੀ ਨਹੀਂ ਕਿ ਅੰਦਰੋਂ ਮਿੱਠ ਬੋਲੜਾ ਹੋਵੇ। ਜਿਹੜਾ ਬੰਦਾ ਚੋਖਾ ਝੁਕੇ ਅੱਗੋਂ ਹੱਥ ਜੋੜ ਕੇ, ਮਤ ਸਮਝੋ ਕਿ ਨਿਮਰਤਾ ਵਾਲਾ ਹੋਵੇ। ਗੁਰੂ ਅਰਜੁਨ ਦੇਵ ਕਹਿੰਦੇ ਆ ਕਈ ਵਾਰੀ ਮਿੱਠੇ ਬੋਲਣ ਵਾਲੇ ਤੇ ਝੁਕ ਝੁਕ ਕੇ ਫਤਿਹ ਬੁਲਾਉਣ ਵਾਲੇ, ਨਮਸਕਾਰ ਕਰਨ ਵਾਲੇ, ਖਿਮਾ ਕਰਿਓ ਅੰਦਰ ਕਪਟ ਪਾਲ ਕੇ ਬੈਠੇ ਹੁੰਦੇ ਆ। ਰੱਬ ਦੀ ਬੰਦਗੀ ਕਰਨ ਵਾਲੇ ਇਹਨਾਂ ਕਪਟੀਆਂ ਤੋਂ ਸੁਚੇਤ ਹੋ ਜਾਂਦੇ ਆ।
ਬਾਣੀ 'ਚ ਇੱਕ ਬਚਨ ਹੁੰਦਾ, ਸਿਆਮਲੰਗ ਮਦਰ ਮਨੁੱਖਿੰਗ ਰਿਧਿੰਗ ਭੂਮ ਵੈਰ ਨੇ। ਸੋਨਾ ਵੀ ਖੋਵੇ ਪਰ ਧਰਤੀ ਹਿਰਦੇ ਦੀ ਧਰਤੀ ਤੇ ਵੈਰ ਦੇ ਕੰਡੇ ਬੀਜੇ ਕੌਣ। ਸਿਆਮਲੰਗ ਮਦਰ ਮਨੁੱਖਿੰਗ ਰਿਧਿੰਗ ਭੂਮ ਵੈਰ ਨੇ। ਨਿਵੰਤ ਖਵੰਤ ਮਿਥਿਆ ਨਾਨਕ ਚੇਤਨਕ ਸਾਧ ਸੁਵਜਨ। ਗੁਰੂ ਗ੍ਰੰਥ ਸਾਹਿਬ ਦੀ ਪਵਿੱਤਰ ਬਾਣੀ ਨੇ, ਮੈਂ ਅਰਜ਼ ਕੀਤੀ, ਸਭ ਤੋਂ ਪਹਿਲਾਂ ਇਸਤਰੀ ਕੋਲ ਸਮਰਪਣ ਹੈ। ਉਹਨੇ ਆਪਣੇ ਪਰਦੇ ਨਹੀਂ ਰੱਖੇ ਮਾਲਕ ਦੇ ਸਾਹਮਣੇ, ਸਾਈਂ ਸਾਹਮਣੇ, ਉਹ ਕੁਰਬਾਨੀ ਕਰਦੀ। ਮੈਂ ਅਰਜ਼ ਕੀਤੀ, ਧੀ ਹੈ ਮਾਪਿਆਂ ਦਾ ਦੁੱਖ ਵੰਡਾਉਂਦੀ ਹੈ, ਭੈਣ ਹੈ ਵੀਰਾਂ ਦੀ ਸੁੱਖ ਮੰਗਦੀ ਹੈ, ਸੁਹਾਗਣ ਹੈ ਆਪਣਾ ਆਪ ਵਾਰ ਕੇ ਬੱਚਿਆਂ ਨੂੰ ਜਨਮ ਦਿੰਦੀ ਹੈ। ਤੇ ਮੈਂ ਬੇਨਤੀ ਕੀਤੀ ਸੀ, ਮਾਂ ਬਣੇਗੀ, ਆਪਣਾ ਆਪ ਕੁਰਬਾਨ ਕਰੇਗੀ, ਦਾਦੀ ਬਣੇਗੀ। ਸੱਚ ਇਹ ਵੇ ਕਿ 80 ਸਾਲ ਦੀ ਉਮਰ 'ਚ ਤੇ 7 ਸਾਲ ਤੇ 9 ਸਾਲ ਦੇ ਸਿਰ ਦੇ ਪੋਤਿਆਂ ਦੇ ਸਿਰ ਤੇ ਹੱਥ ਰੱਖੇਗੀ, ਉਹਨਾਂ ਨੂੰ ਅਸੀਸ ਦੇ ਕੇ ਸਿੱਖੀ ਵੱਲ ਤੋਰੇਗੀ। ਗੁਰੂ ਗ੍ਰੰਥ ਸਾਹਿਬ ਦੀ ਬਾਣੀ 'ਚ ਇਸਤਰੀ ਦਾ ਸਮਰਪਣ, ਇਹਦੀ ਕੋਮਲਤਾ, ਇਹਦੇ ਹਿਰਦੇ ਤੇ ਭਾਵ ਨੂੰ ਲੈ ਕੇ ਬਾਣੀ ਕਰਤਾ ਨੇ ਬਾਣੀ ਉਚਾਰਨ ਕੀਤੀ। ਆਓ ਮੈਂ ਇੱਕ ਇੱਕ ਸ਼ਬਦ ਪੜਾਂਗਾ, ਕਿਉਂਕਿ ਗੁਰੂ ਗ੍ਰੰਥ ਸਾਹਿਬ ਦੀ ਮੋਹਰ ਲੱਗੇਗੀ ਤੇ ਹੋਰ ਆਨੰਦ ਆਏਗਾ। ਗੁਰੂ ਨਾਨਕ ਸਾਹਿਬ ਮਹਾਰਾਜ, ਉਹਨਾਂ ਦਾ ਜਾਮਾ ਮਰਦਾਵਾਂ ਜਾਮਾ ਹੈ, ਪਰ ਸਾਈਂ ਨੂੰ ਰਜਾਣ ਲਈ ਆਪਣੇ ਲਈ ਇੱਕ ਸ਼ਬਦ ਵਰਤਦੇ ਨੇ, ਬੰਜਾਰਨ। ਮੈਂ ਬੰਜਾਰਨ ਰਾਮ ਕੀ ਇਸਤਰੀ ਲਿੰਗ ਹੈ। ਇਸਤਰੀ ਭਾਵ ਹੈ ਜੀ, ਮੈਂ ਬੰਜਾਰਨ ਰਾਮ ਕੀ, ਤੇਰਾ ਨਾਮ ਵਖਰ ਵਾਪਾਰ ਜੀਓ। ਗੁਰੂ ਅੰਗਦ ਦੇ ਮਹਾਰਾਜ, ਉਹਨਾਂ ਦਾ ਸਰੀਰ ਮਰਦਾਵਾਂ ਹੈ, ਪਰ ਪਰਮੇਸ਼ਵਰ ਨੂੰ ਰਜਾਣ ਲਈ ਜਿਹੜੇ ਸ਼ਬਦ ਵਰਤਦੇ ਨੇ ਉਹ ਇਸਤਰੀ ਰੂਪ ਵਿੱਚ ਵੀ ਸ਼ਬਦ ਵਰਤਦੇ ਪਏ ਆ। ਗੁਰੂ ਅਮਰਦਾਸ ਨੇ ਤਾਂ ਇੱਥੋਂ ਤੱਕ ਸ਼ਬਦ ਵਰਤੇ, ਮੈਂ ਕਾਮਣ ਮੇਰਾ ਕੰਤ ਕਰਤਾਰ, ਜਿਹਾ ਕਰਾਏ ਤਿਹਾ ਕਰੀ ਸ਼ਿੰਗਾਰ। ਮੈਂ ਤਾਂ ਇਹ ਟੌਪਿਕ ਅੱਜ ਲਿਆ ਹੈ ਕਿ ਗੁਰੂ ਗ੍ਰੰਥ ਸਾਹਿਬ ਦੀ ਬਾਣੀ 'ਚ ਇਸਤਰੀ ਭਾਵ ਦੇ ਹਿਸਾਬ ਨਾਲ ਮੇਰਾ ਖਿਆਲ 60% ਤੋਂ ਜ਼ਿਆਦਾ ਸ਼ਬਦ ਇਸਤਰੀ ਰੂਪ ਹੋ ਕੇ ਜਗਿਆਸੂ ਉਚਾਰਨ ਪਿਆ ਕਰਦਾ ਹੈ ਗੁਰੂ ਗ੍ਰੰਥ ਸਾਹਿਬ ਦੀ ਬਾਣੀ 'ਚ। ਮੈਂ ਕਾਮਣ ਮੇਰਾ ਕੰਤ ਕਰਤਾਰ, ਜਿਹਾ ਕਰਾਏ ਤਿਹਾ ਕਰੀ ਸ਼ਿੰਗਾਰ। ਜਾਂ ਤਿਸ ਭਾਵੈ ਤਾਂ ਕਰੈ ਭੋਗ, ਤਨ ਮਨ ਸਾਚੇ ਸਾਹਿਬ ਜੋ ਗੁਰੂ ਅਮਰਦਾਸ। ਭਗਤ ਨਾਮਦੇਵ ਕਹਿੰਦੇ, ਮੈਂ ਬੌਰੀ ਮੇਰਾ ਰਾਮ ਪਤਾਰ। ਸਰੀਰਕ ਜਾਮਾ ਤੇ ਮਰਦ ਹੈ ਜੀ। ਮੈਂ ਬੌਰੀ ਮੇਰਾ ਰਾਮ ਪਤਾਰ, ਰਚ ਰਚ ਤਾਂ ਕੋ ਕਰੂੰ ਸ਼ਿੰਗਾਰ। ਕਹਿਣ ਲੱਗੇ ਮੈਂ ਭਗਤੀ ਦਾ ਸ਼ਿੰਗਾਰ ਕੀਤਾ ਹੈ, ਤੇ ਸੁਹਾਗਣ ਤਨ ਤੇ ਲਾਲ ਕੱਪੜਾ ਪਾਏ, ਸੁਹਾਗਣ ਤਨ ਤੇ ਖਰਾ ਕਾਲਾ ਕੱਪੜਾ ਪਾਏ। ਜੇ ਮਹੱਲਾ ਕਹਿ ਕੇ ਤੇਰੇ ਕੱਪੜਾ ਚੰਗਾ ਨਹੀਂ ਲੱਗਦਾ, ਉਹ ਕਹਿੰਦੀ ਤੁਹਾਨੂੰ ਖੁਸ਼ ਕਰਨ ਵਾਸਤੇ ਨਹੀਂ, ਮੈਂ ਤਨ ਤੇ ਕੱਪੜਾ ਪਾਇਆ, ਮੇਰੇ ਸਾਈਂ ਨੂੰ ਚੰਗਾ ਲੱਗਦਾ ਹੈ। ਪਰ ਦੇਖੋ ਇੱਥੇ ਇਸਤਰੀ ਭਾਵ ਹੈ ਜੀ, ਰਚ ਰਚ ਤਾਂ ਕੋ ਕਰੂੰ ਸ਼ਿੰਗਾਰ। ਭਲੇ ਨਿੰਦੋ ਭਲੇ ਨਿੰਦੋ ਭਲੇ ਨਿੰਦੋ ਲੋਗ, ਤਨ ਮਨ ਰਾਮ ਪਿਆਰੇ ਜੋਗੇ ਸਮਰਪਣ ਹੈ। ਗੁਰੂ ਗ੍ਰੰਥ ਸਾਹਿਬ ਦੀ ਅੰਮ੍ਰਿਤ ਬਾਣੀ 'ਚ ਹੀ ਅਸੀਂ ਗੁਰੂ ਅਰਜੁਨ ਦੇਵ ਦੇ ਬਚਨ ਪੜ੍ਹਦੇ ਹਾਂ। ਉਹ ਕਹਿੰਦੇ ਨੇ, ਭੈਣ ਬਣਾ ਕੇ ਇਸਤਰੀ ਰੂਪ 'ਚ ਲਾਲ ਚੋਲਨਾ ਤੈ ਤਨ ਸੋਇਆ, ਸੁਰਜਨ ਭਾਨੀ ਤਾਮਨ ਮੋਹਿਆ। ਕਵਣ ਬਣੀ ਰੀ ਤੇਰੀ ਲਾਲੀ, ਕਵਣ ਰੰਗ ਤੂੰ ਭਈ ਗੁਲਾਲੀ। ਤੁਮ ਹੀ ਸੁੰਦਰ ਤੁਮੈ ਸੁਹਾਗ, ਤੁਮ ਕਰ ਲਾਲਨ ਤੁਮ ਕਰ ਭਾਗ। ਤੂੰ ਸਤਵੰਤੀ ਤੂੰ ਪ੍ਰਧਾਨ, ਤੂੰ ਪ੍ਰੀਤਮ ਭਾਨੀ, ਤੂੰ ਹੀ ਸੁਰ ਗਿਆਨ। ਇਸਤਰੀ ਹੋ ਕੇ ਆਵਾਜ਼ ਮਾਰਦੇ ਨੇ, ਭੈਣੇ ਤੇਰੇ ਚਿਹਰੇ ਤੇ ਜਿਹੜੀ ਲਾਲੀ ਡਲਕਾ ਮਾਰਦੀ, ਸ਼ਿੰਗਾਰ ਕਿੱਥੋਂ ਸਿੱਖਿਆ ਹੈ? ਇਹ ਗੁਰੂ ਗ੍ਰੰਥ ਸਾਹਿਬ 'ਚ ਬਚਨ। ਹਜ਼ੂਰ ਦੀ ਅੰਮ੍ਰਿਤ ਬਾਣੀ 'ਚ ਕਬੀਰ ਸਾਹਿਬ ਜਿਹੜੇ ਸੱਚਮੁੱਚ ਜਿਨ੍ਹਾਂ, ਉਹਨਾਂ ਦੇ ਕਬੀਰ ਸਾਹਿਬ ਨੂੰ ਮੈਂ ਕਈ ਵਾਰੀ ਸੋਚਣਾ ਕਿ ਜਦੋਂ ਵੀ ਮਰਜੀਵੜਿਆਂ ਦੀ ਗੱਲ ਚੱਲੇਗੀ, ਕਬੀਰ ਸਾਹਿਬ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ 'ਚ ਕਦੀ ਗੈਰ ਹਾਜ਼ਰ ਨਹੀਂ ਹੋਏਗਾ। ਮਤਲਬ ਕੀਰਤਨ 'ਚ ਆ ਜਿੰਨੇ ਸ਼ਬਦ ਪੜ੍ਹ ਕੇ ਗਏ, ਸੂਰਾ ਸੋ ਪਹਿਚਾਨੀਏ, ਡਗਮਗ ਛਾੜ ਰੇ ਮਨ ਬੌਰਾ, ਕਬੀਰ ਸਾਹਿਬ ਨੇ। ਪਰ ਜਦੋਂ ਉਹਨਾਂ ਨੇ ਇਸਤਰੀ ਰੂਪ 'ਚ ਕਿਹਾ, ਉਹਨਾਂ ਨੇ ਸ਼ਬਦ ਵਰਤਿਆ, ਦੁਨੀਆ ਦੇ ਲੋਗੋ ਮੈਨੂੰ ਭਗਵਾਨ ਵਿਆਹਣ ਵਾਸਤੇ ਆ ਗਿਆ ਜੀ। ਆਪਣੇ ਆਪ ਨੂੰ ਇਸਤਰੀ ਕਿਹਾ। ਪਹਿਲੇ ਸਮੇਂ ਵਿਆਹ ਵਾਲੇ ਜੋੜੇ ਲਲਾਰੀ ਮੱਟ ਵਿੱਚ ਰੰਗਦਾ ਹੁੰਦਾ ਸੀ ਕਿ ਇਹ ਵਿਆਹ ਵਾਲਾ ਜੋੜਾ ਹੈ ਬੱਚੀ ਦਾ।
ਕਹਿਣ ਲੱਗੇ ਮੈਂ ਆਪਣੇ ਅੰਦਰ ਦਾ ਮਨ ਦਾ ਚੋਲਾ ਤਨ ਦੀ ਮੱਟੀ 'ਚ ਪਾ ਕੇ ਰੰਗ ਲਿਆ। 5 ਤੱਤ ਮੇਰੇ ਕੰਤ ਦੇ ਬਰਾਤੀ ਬਣ ਕੇ ਆਏ ਨੇ। 5 ਤੱਤਾਂ ਦੇ 5 ਗੁਣ ਇਹ ਬਰਾਤੀ ਬਣ ਕੇ ਆਏ ਨੇ। ਲੋਕ ਬਾਹਰ ਮੁਖੀ ਬੇਦੀ ਅੱਗ ਦੇ ਦੁਆਲੇ ਉਸ ਵਕਤ ਫੇਰੇ ਲੈਂਦੇ ਸਨ। ਉਹਨਾਂ ਕਿਹਾ ਮੈਂ ਆਪਣੀ ਨਾਭੀ ਵਿੱਚ ਬੇਦੀ ਰਚੀ ਹੈ, ਮੇਰੇ ਅੰਦਰੋਂ ਬ੍ਰਹਮ ਗਿਆਨ ਦਾ ਮੰਤਰ ਨਿਕਲਿਆ। ਆਓ ਮੈਨੂੰ ਤੋਰਨ ਵਾਸਤੇ ਦੇਵੀ ਦੇਵਤੇ ਮਹਾਂਪੁਰਖ ਆਏ ਨੇ। ਦੇਖੋ ਕਬੀਰ ਨੂੰ ਇੱਕ ਭਗਵਾਨ ਵਿਆਹ ਕੇ ਲਿਜਾਂਦਾ ਪਿਆ ਹੈ। ਹੁਣ ਸ਼ਬਦ ਹੋ ਇਸਤਰੀ ਚ ਹੈ, ਤਨ ਰੈਨੀ ਮਨ ਪੁਨਰ ਕਰਹੂੰ, ਪਾਂਚੋ ਤਤ ਬਰਾਤੀ ਰਾਮ ਰਾਏ ਸੋ ਭਾਵਰ ਲੇਖੂ ਆਤਮ ਤੇ ਅਗਰਾਤੀ। ਗਾਓ ਗਾਓ ਰੀ ਦੁल्हनी मंगल चारा मेरे ग्रह आए राजा राम पधारा क्या पति क्या मेरा। हुण जे इस शब्दावली नूं आम दुनिया च वेखो, वेखो मेरी गल फिर सुनियो, इहनूं नैगेटिव ना लिजाओ, क्योंकि गुरु ग्रंथ साहिब दे बड़े नुकते ने जिहड़े खोले नहीं। असीं करंट मसलियां मुसलियां ते बोल के 4-5 गालां कड्डियां, जकारे जकूरे छडाए, चल के तुर पे। हुण इत्थे शब्द कहे एक मर्द किसी लिए शब्द वरते मैं पत्नी खां, ਆਪਾਂ ਨੂੰ ਕੀ ਕਹਾਂਗੇ? ਹਜ਼ੂਰ ਕਹਿੰਦੇ ਨੇ ਨਹੀਂ, ਸੁਹਾਗਣੋ ਆਓ ਗਾਓ ਗਾਓ ਰੀ ਦੁल्हनी। ਇੱਥੇ ਕੁਵਾਰੀ ਸ਼ਬਦ ਨਹੀਂ ਵਰਤਿਆ। ਦੁल्हनी ਦਾ ਅਰਥ ਲਫ਼ਜ਼ੀ ਅਰਥ ਇਹ ਵਿੱਚ ਜਿਹਨੂੰ ਦੁल्हा ਵਿਆਹ ਕੇ ਲੈ ਗਿਆ, ਜਿਹੜੀ ਸੁਹਾਗਣ ਹੈ। ਕਬੀਰ ਸਾਹਿਬ ਨੇ ਇੰਨੀ ਬਰੀਕ ਸ਼ਬਦਾਵਲੀ ਵਰਤੀ, ਕਹਿਣ ਲੱਗੇ ਮੇਰੇ ਸ਼ਬਦ ਨੂੰ ਉਹ ਨਹੀਂ ਸਮਝਣਗੇ ਜਿਹੜੇ ਪਰਮਾਤਮਾ ਵਿੱਚ ਅਭੇਦ ਨਹੀਂ, ਜਿਨ੍ਹਾਂ ਨੇ ਇਸਤਰੀ ਬਣ ਕੇ ਕੰਤ ਨੂੰ ਰਿਝਾਇਆ ਨਹੀਂ। ਕਹਿਣ ਲੱਗੇ ਮੇਰੇ ਘਰ ਵਿੱਚ ਉਹ ਆਇਓ ਜਿਨ੍ਹਾਂ ਦੁल्हनियां ਨੂੰ ਦੁल्हा ਵਿਆਹ ਕੇ ਲੈ ਗਿਆ ਹੈ। ਕਿੱਡਾ ਬਰੀਕ ਸ਼ਬਦਾਵਲੀ। ਗਾਓ ਗਾਓ ਰੀ दुल्हनी मंगल चारा मेरे ग्रह आए राजा राम पधारा। नाभ कमल में बेदी रच ले ब्रह्म ज्ञान उचारा, राम राय सो दुल्हो पाया। फिर शब्द वरत्या कंत पाया। राम राय सो दुल्हो पायो असवड भाग हमारा, सुर नर मंज मुनजन कौतक आए, कोट 33 उजाना। कहो कबीर मोए ब्याह चले है पुरख एक भगवाना। हालां मस्जिद विच औरत नमाज नहीं पढ़न जा सकती, आप सब नूं पता है जी। पर जिस वक्त बाबे फरीद ने रब दे वसल की गल की, सच एवं मैं हैरान होया भी इस्त्री बन के गाउण लग पिया। तुसीं उन्हां दा एक बचन पढ़ो, अज ना सुती कंत सिनो की है कि इस्त्री नहीं। जे दे बारमुखी अर्थ करोगे ये वासना वाले पासे अर्थ हुंदे पे। पर सच एवं मैं एक दिन कहा सी, गुरु ने इन्नी सिख दी सुरत निर्मल कर दी जिन्हों लोग वासना ते काम कहते सन, गुरु ने उस शब्द नूं मिठा ते निर्मल बना के रब दे संजोग नाल जोड़ दिता। अज ना सुती कंत स्यों इस्त्री है जी। अंग मुड़े मुड़ जाए जाए पुछो सुहागनी, जाए पुछो दुहागनी तुम क्यों रहन विखाए। गुरु साहब ने, गुरु नानक साहब ने एक पुकार के क्या, मैं रुवंदी इस्त्री लेंगे जी। सब जग रुन्ना रुनड़े बनो पंखेरू, एक ना रुन्ना मेरे तन का बिरखा, जिनको पिरो बिछोड़ी। पिरो इतने शब्द सतगुरु स्त्री लिंगों पे कह रहे, जिन्हों पिरो बिछोड़ी सुपने आया पी गया, मैं जल भरिया रोए, आए न सका तुझ कन प्यारे, भेज न सका कोई स्त्री रूप क्या। ईवन गुरु ग्रंथ साहिब दी बाणी च यह भी शब्द वरत्या गया कि कर्महीन धन करे बेनंती, कद नानक आवे वारी, सब सुहागण माने रलियां एक देवो रात मुरारी। मैं तां ये थोड़े जे प्रमाण ले लिया, इस नजरिए नाल गुरु ग्रंथ साहिब नूं पढ़ीए। दसीए कि गुरु ग्रंथ साहिब कहंदे ने एक सुहागण दा समर्पण होवे ते समर्पण नाल सुहागण अपनी कंत नूं रिझांदी है, वह बाहर मुखी दृष्टांश है जी। फिर शब्द सुनियो, हुण आ अमली दे शब्द बाणी दिते, अमली अमल नूं प्यार करदा है, विषय विषय नूं प्यार करदा है, ये उदाहरणता बाहर मुखी है। गुरु ग्रंथ साहिब दी बाणी ये कह रही है कि जिमें एक औरत जिन्नू तू निंद रहा है, माड़ा कह रहा है, ये तो कुछ सिख। एक सुहागण अपने कंत नू अपना आप समर्पण करी बैठी है, जे वह गुरु नू जाने स्त्री बन के अपना आप समर्पण करके गीत गा, कंत तेरे ते भी बख्शिश करेगा। उंज याद रखियो
ਗੁਰੂ ਗ੍ਰੰਥ ਸਾਹਿਬ ਵਿੱਚ ਪੁਰਖ ਸਿਰਫ ਇੱਕੋ ਮੰਨਿਆ, ਬਾਕੀ ਕਿਸੇ ਨੂੰ ਪੁਰਖ ਨਹੀਂ ਮੰਨਿਆ। इस जग में पुरख एक है, होर सगली नार सबाई। गुरु ग्रंथ साहब कहते सिर पुरख एक। चलो मैं एक तुहाडी इजाजत नाल थोड़ा जिहा विचों निकलण लगा, मैनू थोड़ी छूट दे दिया जे। सरदार कपूर सिंह उन्हां दी किताब है सब्त सरिंग, ਉਹਦੇ ਚ ਉਹਨਾਂ ਨੇ ਮੀਰਾਂ ਦਾ ਜ਼ਿਕਰ ਕੀਤਾ ਹੈ। ਲਵ ਸੁਣਨ ਵਾਲਾ ਹੈ। ਮੈਂ ਤਾਂ ਕਿਹਾ ਵੀ ਤੁਹਾਡੇ ਤੋਂ ਥੋੜੀ ਜੀ ਮੈਂ ਛੋਟ ਮੰਗਣਾ, क्योंकि साडा हाजमा अजे कमज़ोर हो चुका है। इनू मनो कि असीं दूजो अनमत की गल चले छेती सुनने तैयार नहीं होंदे। कईयां ने कह देना मीरां दा नाम किहड़ा गुरु ग्रंथ साहिब च है। मैं सिर्फ एक उदाहरण देन लगा, वो बिंदरा बन जाती है। वो मठ भी जाके कहती मैं इत्थे रहना चाहनी हाँ। उस मठ का संचालक सी जीव गुसाई। सरदार कपूर सिंह कहते ने उन्हें उत्तर भेजा, औरत इस्त्री इस मठ विच नहीं रह सकती, असीं मर्द रहने आ। मीरा ने अगों उत्तर भेजा, बदकिस्मती मैनू ते पता लगा सी इत्थे मर्द केवल कृष्ण ने, पता ही नहीं उहदे शरीक भी इत्थे रहिंदे ने। एक नुकता है, गुरु ग्रंथ साहिब ने मर्द सिर्फ एक ओंकार नूं मन्निया, बाकी सब नूं इस्त्री दे रूप च पेश किया। कि एडी वड्डी गल होए भले सिखो, यह शब्द कह देना इस जग में पुरख एक है, होर सगली नार सबाई। नारी जात नूं एडा वड्डा सन्मान शायद किते मिले जो गुरु ग्रंथ साहिब ने बख्शिश कर दी है। मैं बेनती जिहड़ी कर लगा सा शुरुआत की एक इस्त्री जामे तो। मानव दा देन नहीं दे सकता। जिस मां की गल मैं शुरू कर लगा, मात गुजरी जी करतारपुर तो चली सी, पंजाब मालवा भी उन्हें वेख्या, पूर्व की धरती ते भी गई। 80वें क साल दे नेड़े आके, मैं तां 80वें क साल तां शब्द वरत्या क्योंकि जन्म बारे तिथ क्लीयर नहीं। आके मां ने आखिरी टिकाणा आ ठंडा बुरज किया जिथे असीं सारे मत्था टेक के आए। सन्मानयोग माता गुजरी जी ने, तुलसी ने एक शब्द किया सी। मैं जो अज बुरज च मत्था टेक के आया, मैं कथा औरंगाबाद भी की है। मेरे मन च आया, तुलसी ने कहा कि ए माई, तेरी कुख तो जड़ा जन्म लै वो परमात्मा का भगत हो। एक बस सिर्फ भगत होवे, जे भगत नहीं, सिमरन नहीं करता, किरत करता, दानी होवे। जे दानी भी भगत नहीं, बाहां च जोर होवे, घट्टो घट सूरमा होवे। मैं क्या तुलसी ने एक एक क्या, पर मां गुजरी जिसनू तू जन्म दिता, तेरे पुत्र दे इन्ने को गोने, तुलसी दी चौपाई भी फेल हो जाती है। उन्हें इको क्या, जन्नी जनै ता भगत जन। सारे असीं पढ़दे सुनने हैं जी, कै दाता कै सुर, कै दर ते जां, कै दा अर्थ कट्ठा नहीं होवेगा। भगत वखरा, दानी वखरा, सूरमा वखरा। जन्नी जन तो भगत जन, कै दाता कै सूर, नाए ता जन्नी बांझ रहे, काहे गवावे नूर। पर जदों किते मां गुजरी वाल विद्वान देखेगा, कहेगा नहीं चौपाई गलत है। मां ने उस पुत्र नूं अपनी कुख च जन्म दिता जिहदे विच सारे गुण परमात्मा ने भरे होए। शुरुआत करनी चाहना कि मात गुजरी जी का जन्म करतारपुर की धरती ते होया है। सन्मानयोग पिता बाबा लाल चंद जी, अज मेरी इच्छा सी कि सिर्फ मैं उस मां के चरणों च नमस्कार कर सका। शहादत का कल मैं जिक्र करांगा, साहिबजादियां की गल आपां करांगे। करतारपुर की धरती ते माता जी का जन्म होया। सन्मानयोग पिता बाबा लाल चंद जी सुभिक्षी खत्री ने। माता जी का नाम माता बिशन कौर है। उंज वैसे माता जी दे पेकियां दा यूं कह ला, बाबा लाल चंद जी का जिहड़ा पिंड है वो अंबाले जिले विच लखनौर है। मात गुजरी जी दे दो वीर ने, एक नूं सारा सिख जगत जानदा मामा किरपाल चंद जी, एक दा नाम है भाई मेहर चंद जी।
मात गुजरी जी परवरिश करतारपुर हुई है। बाबा सूरजमल जी की शादी हुई करतारपुर आए गुरु हरगोबिंद साहब के बेटे जी। उस वक्त गुरु तेग बहादुर जी ने देखा, बाबा लाल चंद जी ने मन गया बच्चे नूं देख के, मन च फुरना बना लिया अपनी बेटी का नाता गुरु हरगोबिंद साहब के छोटे बेटे नाल करांगा। वक्त आया गुरु तेग बहादुर महाराज, मैं चलो गुरु शब्द ही वरतांगा जी, मैं तेग बहादुर नहीं वरतना। कई बार साडे बंदे वाहगुरू जी सारे चंगे ने, कहते ने गुरु नहीं बनया तो अमरदास ही कहो, गुरु नहीं कहना है ना। तो मैं कहना फिर गुरुपुरब क्यों मनाते हो? जिदन गुरुपुरब मनाते हो भी गुरु अमरदास का अज जन्मदिन है, तो गुरु तो बने 72 साल की उम्र च, जमद्या तो गुरु को नहीं बने हो, पर गुरु अमरदास ही कहने है ना। इस थोड़ी जी भावना बना के रखिए। गुरु तेग बहादुर महाराज उन्हों की शादी करतारपुर हुई है। गुरु हरगोबिंद साहब महाराज, इस मैं तां कहा, मैं जन्म डेट का जिक्र नहीं किया, कई ने 24 क्या 1624, किसी ने 27 लिखा, मैं इस करके सीधा शब्द वरते जी जन्म। कुछ कहते 9 साल के सन माता जी, ते 12 साल के करीब सन गुरु तेग बहादुर साहब जी। इस दुविधा उस वेले बाल विवाह होंदे सन जी, ये तो इनकार नहीं किया जा सकता, साडा इतिहास कहता है। विवाह हो गया करतारपुर की धरती ते। गुरु हरगोबिंद साहब दे सन्मुख बाबा लाल चंद जी आए, कुड़माचारी बन गई। जदों डोली तोड़न लगे, कहते माता बिशन कौर ने ते पिता लाल चंद जी ने एक शब्द कहा सी, गुजरी सिर ते हत्थ रख के धीए ऐस पति नूं ईश बराबर जानी। पति भगवान जी नूं कहने ईश जानी बेटे, तेरी उम्र सौखी निकलेगी, सुख माणेगी। जदों डोली तुरन लगी, बाबा लाल चंद जी गुरु हरगोबिंद साहब नूं हथ जोड़ के कहंदे, सतगुरु मैं तुहाडी कोई सेवा नहीं कर सकिया, कुछ बरात की सेवा भी नहीं की। सतगुरां ने गलवकड़ी च लैके शब्द कहा सी, कहन लगे लाल चंद जिसने तनजा अर्पण कीनन तिसने पाछे क्या रख लीन। जिन्हें अपनी बेटी दे दी बाकी उन्हें पिछे की रख लिया है। बड़ी वड्डी गल सी जी अज दे खास कर समाज दे अंदर, कि जिन्हें अपनी धी अपने जिगर का टुकड़ा दे दिता। असी बैठे हाँ देखने अगला जिगर का टुकड़ा भी दिंदा है। सच है साडी अंदर दी भुख फिर भी नहीं मरदी, असी फिर भी कहने जिन्हें टुकड़ा दिता है रोटी का टुकड़ा भी यही सानू है। जिगर का टुकड़ा जिन्हें दिता है रोटी का टुकड़ा भी उत्तों ही मंगने, दाज रोटी का टुकड़ा ही है ना। सतगुरु कहने नहीं शब्द कहना, तुसी अपनी बेटी दे दी बाकी की रखिया। कुछ विद्वानों का मत है कि डोली श्री अमृतसर साहब गई गुरु के महल, पर करतारपुर हजूर ने वसेबा किया। करतारपुर की चौथी जंग हुई, पैंदे खां आप सब नूं पता होना कि बेमुख हो गया। पहली जंग तो बाद उन्हें दमगजे मारे सन, साडे कोल बल सी ते असी जिताया। पर जदों चौथी जंग हुई, गुरु तेग बहादुर जी ने उस जंग विच हिस्सा लिया। मात गुजरी जी ने परिवार दियां बीबियां ने छत उत्ते देख वो जंग देखी, इन्ने कमाल दी तेग वाई। पिता गुरदेव ने असीसां दित्तियां। उस दिन दिल्ली में अर्ज की सी, तेग लफ्ज का अर्थ कला कृपान नहीं, फौलाद का जोर, पर तेग ते बहादुर दोनों शब्द जेडे ने इहदा अर्थ ये चमकदा होया सूरज ते चमकदा होया मोती, इहदे अर्थ ये भी ने। गुरु तेग बहादुर करतारपुर साहब टिके। इस तो बाद हजूर कीरतपुर साहब की धरती ते आए। मात गुजरी जी नाल कीरतपुर साहब आए। माता गुजरी जी ने सब तो पहला इं कह ला गुरु हरगोबिंद साहब के दर्शन किए, क्योंकि 5 पातशाहियां उन्होंने दे दीदार माता ने पाए ने। गुरु तेग बहादुर साहब के
ਪਤਨੀ ਨੇ, ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਸਨਮਾਨਯੋਗ ਮਾਤਾ ਨੇ ਗੁਰੂ ਹਰ ਰਾਏ ਸਾਹਿਬ, ਗੁਰੂ ਹਰਕ੍ਰਿਸ਼ਨ ਸਾਹਿਬ ਦੇ ਉਹਨਾਂ ਨੇ ਦਰਸ਼ਨ ਕੀਤੇ ਆ। ਗੁਰੂ ਹਰਗੋਬਿੰਦ ਸਾਹਿਬ ਉਹਨਾਂ ਨੇ ਗੁਰਗੱਦੀ ਦਿੱਤੀ ਕੀਰਤਪੁਰ ਸਾਹਿਬ ਆਪਣੇ ਪੋਤੇ ਨੂੰ। ਮਾਤ ਨਾਨਕੀ ਨੇ ਪੁੱਛਿਆ, ਮਹਾਰਾਜ ਮੇਰਾ ਪੁੱਤਰ ਤਾਂ ਕਿਸੇ ਨਾਲ ਬੋਲਦਾ ਵੀ ਨਹੀਂ। ਇੱਥੇ ਬੋਲਣ ਦਾ ਅਰਥ ਇਸ ਖਾਮੋਸ਼ੀ ਵਿੱਚੋਂ ਇੱਕ ਬੜਾ ਵੱਡਾ ਜੀਵਨ ਨਿਕਲਣਾ ਹੈ। ਪੂਰਨ ਸਿੰਘ ਕਹਿੰਦਾ ਹੈ ਕਿ ਸਿੱਪੀ ਵਿੱਚ ਪਿਆ ਪਈ ਕੋਈ ਬੂੰਦ ਖਾਮੋਸ਼ ਹੈ, ਪਰ ਉਹਦੀ ਖਾਮੋਸ਼ੀ ਦੇ ਅਰਥ ਮਤ ਕਰਿਓ ਵੀ ਉਹਦੇ ਅੰਦਰ ਹਰਕਤ ਨਹੀਂ। ਉਹਦੀ ਖਾਮੋਸ਼ੀ ਵਿੱਚ ਕੀਮਤੀ ਮੋਤੀ ਨੂੰ ਜਨਮ ਦੇਣ ਵਾਲੀ ਏ। ਗੁਰੂ ਤੇਗ ਬਹਾਦਰ ਦੀ ਖਾਮੋਸ਼ੀ ਜ਼ਰੂਰ ਹੈ, ਉਹਦੀ ਖਾਮੋਸ਼ੀ ਏਡੇ ਵੱਡੇ ਸਾਕੇ ਨੂੰ ਜਨਮ ਦੇਣ ਵਾਲੀ ਹੈ ਜਿੰਨਾ ਪਹਿਲਾਂ ਕਦੀ ਕਿਸੇ ਕੀਤਾ ਹੀ ਨਹੀਂ। ਮਹਾਰਾਜ ਕੀਰਤਪੁਰ ਪੋਤੇ ਨੂੰ ਗੁਰਗੱਦੀ ਦਿੱਤੀ, ਪਰ ਜਦੋਂ ਮਾਤ ਨਾਨਕੀ ਨੇ ਪੁੱਛਿਆ, ਮੇਰਾ ਪੁੱਤਰ, ਸਾਡਾ ਇਤਿਹਾਸ ਕਹਿੰਦਾ ਰੁਮਾਲ ਦਿੱਤਾ, ਕਟਾਰ ਸ਼ਸਤਰ ਦਿੱਤੇ, ਪੋਥੀ ਦਿੱਤੀ, ਨਾਲ ਸ਼ਬਦ ਵਰਤਿਆ, ਵਕਤ ਆਏਗਾ ਇੱਕ ਦਿਨ ਗੁਰੂ ਨਾਨਕ ਸਾਹਿਬ ਦੇ ਆਸਨ ਤੇ ਅਸੀਨ ਹੋਣਗੇ। ਨਾਲ ਬਖਸ਼ਿਸ਼ ਕਰਦਿਆਂ ਕਹਿ ਦਿੱਤਾ, ਨਾਨਕੀ ਤੇਰੇ ਘਰ ਉਹ ਸੂਰਬੀਰ ਪੋਤਾ ਜਨਮ ਲਏਗਾ ਜਿਸ ਵਰਗਾ ਪਹਿਲਾਂ ਕਦੀ ਕੋਈ ਨਹੀਂ ਹੋਇਆ। ਇਥੋਂ ਕੀਰਤਪੁਰ ਸਾਹਿਬ ਦੀ ਧਰਤੀ ਤੋਂ ਮਾਤ ਗੁਜਰੀ ਆਪਣੇ ਪਤੀ ਦੀ ਸੇਵਾ 'ਚ ਬਾਬਾ ਬਕਾਲਾ ਸਾਹਿਬ ਜਿਹਨੂੰ ਅਸੀਂ ਹੁਣ ਕਹਿੰਦੇ ਹਾਂ ਬਕਾਲੇ ਚਲੇ ਗਏ। ਸਾਡਾ ਇਤਿਹਾਸ ਜੋ ਉੱਥੇ ਲਿਖਿਆ, ਭਾਵਾਂ ਕਿ ਹੋ ਸਕਦਾ ਕਈਆਂ ਪੜ੍ਹਿਆ ਹੋਵੇ, ਮੈਂ ਤਾਂ ਥੋੜਾ ਜਿਹਾ ਵੇਰਵਾ ਦੇ ਜਾਣਾ ਹੁੰਦਾ ਕਿ ਮਤਾ ਕੋਈ ਸੋਚੇ ਵੀ ਇਸ ਗੱਲ ਦਾ ਮੈਨੂੰ ਪਤਾ ਨਹੀਂ, ਵਾਹਿਗੁਰੂ ਤੋਂ ਭੈ ਖਾ ਕੇ। ਕਿਉਂਕਿ ਕੁਝ ਕਹਿੰਦੇ ਨੇ ਬਾਬਾ ਬਕਾਲਾ ਸਾਹਿਬ ਇੰਨਾ ਸਮਾਂ ਰੁਕੇ ਨਹੀਂ, ਉਹ ਪੂਰਬ ਦੀ ਯਾਤਰਾ ਵੱਲ ਤੋਰਦੇ ਆ, ਖਾਸ ਕਰਕੇ ਭੱਟਵੀਆਂ ਮੁਤਾਬਕ। ਪਰ ਜਦੋਂ ਅਸੀਂ ਬਾਬਾ ਬਕਾਲਾ ਸਾਹਿਬ ਜਾਂਦੇ ਹਾਂ, ਉੱਥੋਂ ਦੀ ਮਨੌਤ, ਉੱਥੋਂ ਦੀ ਪਰੰਪਰਾ ਕਹਿੰਦੀ ਹੈ 20 ਸਾਲ ਤੋਂ 2 ਦਹਾਕਿਆਂ ਤੋਂ ਵੱਧ ਸਮਾਂ ਹਜ਼ੂਰ ਉੱਥੇ ਇਬਾਦਤ ਕੀਤੀ। ਪਰ ਉਸ ਤਪ ਦੇ ਅਰਥ ਹੱਠ ਵਾਲੇ ਤਪ ਨਾਲ ਪਲੀਜ਼ ਨਾ ਕਰਿਓ। ਕਿਤੇ ਬਾਬਾ ਬਕਾਲਾ ਸਾਹਿਬ ਗੁਰੂ ਤੇਗ ਬਹਾਦਰ ਪੁੱਠੇ ਲਟਕੇ ਦੇਖੇ, ਕਿਤੇ ਜਲ ਧਾਰਾ ਕਰਦੇ ਦੇਖੇ। ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਕਿਤੇ ਤਨ ਨੂੰ ਤਪਾਉਂਦੇ ਦੇਖੇ। ਇਬਾਦਤ ਕਰਦੇ ਪਏ ਨੇ, ਬੰਦਗੀ ਕਰਦੇ ਪਏ ਨੇ, ਤੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਜਪ ਤੇ ਤਪ ਤੇ ਬਹੁਤ ਜ਼ੋਰ ਦਿੰਦੀ ਏ, ਪਰ ਪਖੰਡ ਵਾਲੇ ਜਪ ਤੋਂ ਬਚਣ ਦਾ ਸਾਨੂੰ ਸੁਚੇਤ ਕਰਦੀ ਹੈ। ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ 20 ਸਾਲ ਤੋਂ ਵੱਧ ਸਮਾਂ ਉੱਥੇ ਮਾਤ ਗੁਜਰੀ ਜੀ ਬੂਵੇ ਅੱਗੇ ਨੇ। ਤਵਾਰੀਖ ਨੇ, ਇਤਿਹਾਸ ਨੇ ਕਿਹਾ ਗੁਰੂ ਤੇਗ ਬਹਾਦਰ ਜੀ ਨੇ ਇਬਾਦਤ ਕੀਤੀ, ਪਰ ਗੁਰੂ ਗੋਬਿੰਦ ਸਿੰਘ ਜੀ ਨੇ ਕਿਹਾ ਹਾਂ ਪਿਤਾ ਜੀ ਨੇ ਬਹੁਤ ਇਬਾਦਤ ਕੀਤੀ, ਪਰ ਮੇਰੀ ਮਾਂ ਨੇ ਵੀ ਭਗਤੀ ਬੜੀ ਕੀਤੀ। ਉਹਨਾਂ ਨੇ ਮਾਂ ਦਾ ਜ਼ਿਕਰ ਕੀਤਾ, ਮਾਤ ਗੁਜਰੀ ਦਾ। ਹਜ਼ੂਰ ਦੇ ਚਰਨਾਂ 'ਚ ਰਹੇ। ਵਿਦਵਾਨ ਕਹਿੰਦੇ ਨੇ ਇੱਕ ਗ੍ਰਿਸ਼ਤੀ ਹੈ। ਮੈਂ ਅੱਗੇ ਬੇਨਤੀ ਕਰਨੀ, ਜਦੋਂ ਹਜ਼ੂਰ ਦਾ ਆਗਮਨ ਹੁੰਦਾ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ, ਇੱਕ ਗ੍ਰਿਸ਼ਤੀ ਹੈ ਪਰਿਵਾਰ, ਪਰ ਕਿੰਨਾ ਕੁ ਅੰਦਰ ਸੰਯਮ ਹੈ। ਮੇਰੀ ਬੇਨਤੀ ਗ੍ਰਿਸ਼ਤੀ ਸੱਜਣ ਤੁਸੀਂ ਸਮਝ ਜਾਓਗੇ ਕਿੰਨਾ ਕੁ ਸੰਯਮ ਹੈ। ਕਿਉਂਕਿ ਜਿਸ ਦਿਨ ਗੁਰੂ ਗੋਬਿੰਦ ਰਾਏ ਦਾ, ਗੁਰੂ ਗੋਬਿੰਦ ਸਿੰਘ ਦਾ ਆਗਮਨ ਹੁੰਦਾ ਹੈ, ਉਸ ਦਿਨ ਗੁਰੂ ਤੇਗ ਬਹਾਦਰ ਦੀ ਉਮਰ 45 ਸਾਲ ਦੀ ਹੈ। ਮਾਤ ਗੁਜਰੀ 42-43 ਸਾਲ ਦੇ ਕਰੀਬ ਆ। 45 ਸਾਲ ਦੀ ਉਮਰ, 54 ਸਾਲ ਦੀ ਉਮਰ 'ਚ ਮਹਾਰਾਜ ਸ਼ਹਾਦਤ ਦਾ ਜਾਮ ਪੀ ਜਾਂਦੇ 9 ਸਾਲ ਬਾਅਦ। ਉਦੋਂ ਉਸ ਧਰਤੀ ਤੇ ਮਾਤਾ ਪਿਤਾ ਦੀ ਇਬਾਦਤ ਬੰਦਗੀ ਹੈ। ਸਮਾਂ ਆਇਆ, ਗੁਰੂ ਹਰਿਰਾਏ ਸਾਹਿਬ ਤੋਂ ਗੁਰੂ ਹਰਕ੍ਰਿਸ਼ਨ ਸਾਹਿਬ ਗੁਰਗੱਦੀ ਤੇ ਬੈਠੇ। ਉਹਨਾਂ ਨੇ ਦਿੱਲੀ ਆਪਣੇ ਚੋਲੇ ਨੂੰ ਤਿਆਗਦਿਆਂ ਸ਼ਬਦ ਕਹੇ ਕਿ ਬਾਬਾ ਬਸੇ ਗ੍ਰਾਮ ਬਕਾਲੇ, ਬਨ ਗੁਰ ਸੰਗਤ ਸਕਲ ਸੰਭਾਲੇ। ਸਿੱਖ ਸੰਗਤਾਂ ਬਕਾਲੇ ਦੀ ਧਰਤੀ ਤੇ ਆਈਆਂ, ਉੱਥੇ ਪਰਪੰਚੀ ਵੀ ਆਏ। ਗੁਰੂ ਤੇਗ ਬਹਾਦਰ ਮਹਾਰਾਜ ਜੀ ਨੂੰ ਪ੍ਰਗਟ ਕੀਤਾ ਭਾਈ ਮੱਖਣ ਸ਼ਾਹ ਲਬਾਣੇ ਨੇ। ਗੁਰੂ ਲਾਧੋਰੇ ਦਾ ਹੋਕਾ ਦਿੱਤਾ। ਇੱਥੋਂ ਪਰਿਵਾਰ ਫਿਰ ਅੰਮ੍ਰਿਤਸਰ ਦੀ ਧਰਤੀ ਤੇ ਗਿਆ। ਮਾਤ ਗੁਜਰੀ ਜੀ ਨਾਲ ਨੇ। ਹਜ਼ੂਰ ਨੂੰ ਦਰਸ਼ਨ ਨਹੀਂ ਕਰਨ ਦਿੱਤੇ ਗਏ। ਗੁਰਦੁਆਰਾ ਥੜਾ ਸਾਹਿਬ ਵੱਲੇ ਪਿੰਡ ਆਉਂਦੇ ਆ। ਮੈਂ ਬੇਨਤੀ ਕਰਾਂ, ਫਿਰ ਮਾਲਵਾ ਰਟਨ ਜਦੋਂ ਕਰਦੇ ਨੇ ਤੇ ਸਨਮਾਨਯੋਗ ਮਾਤਾ ਗੁਜਰੀ ਜੀ ਨਾਲ ਨੇ, ਮਾਤਾ ਨਾਨਕੀ ਜੀ ਨਾਲ ਨੇ।
ਹਜ਼ੂਰ ਨੇ ਮਾਖੋਵਾਲ ਦੀ ਥਾਂ ਇੱਥੇ ਮੋੜੀ ਗੱਡ ਦਿੱਤੀ, ਆਪ ਜਗ੍ਹਾ ਖਰੀਦ ਕੇ ਜਿਹੜੀ ਸ਼ਤਾਬਦੀ ਮਨਾ ਚੁੱਕੇ ਆਨੰਦਪੁਰ ਸਾਹਿਬ ਦੀ, ਨਾਮ ਰੱਖਿਆ ਚੱਕ ਨਾਨਕੀ। ਸਤਿਗੁਰੂ ਪੂਰਬ ਦੀ ਧਰਤੀ ਨੂੰ ਗਏ। ਗੁਰੂ ਗੋਬਿੰਦ ਸਿੰਘ ਮਹਾਰਾਜ ਉਹਨਾਂ ਦੀ ਰਚਨਾ ਵਿੱਚ ਇਹ ਬਚਨ ਹੈ, ਕਹਿੰਦੇ ਜਦੋਂ ਮਾਤਾ ਪਿਤਾ ਜੀ ਤਰਬੈਣੀ ਪਹੁੰਚਿਆ, ਉੱਥੇ ਚੇਤੇ ਰੱਖੋ ਇਸ ਮਹਾਂਬਲੀ ਸੂਰਮਾ, ਕਿਹੜੇ ਲਫ਼ਜ਼ ਮੈਂ ਵਰਤਾਂ, ਗੁਰੂ ਗੋਬਿੰਦ ਸਿੰਘ ਜੀ ਦੇ ਬਚਨ ਮੁਤਾਬਕ ਉੱਥੇ ਮੇਰਾ ਪ੍ਰਕਾਸ਼ ਮਾਂ ਦੇ ਉਦਰ ਚ ਹੋਇਆ। ਪਟਨੇ ਦੀ ਧਰਤੀ ਤੇ ਮਾਤਾ ਜੀ ਪਹੁੰਚਦੇ ਆ ਤੇ ਉੱਥੇ ਹਜ਼ੂਰ ਕਹਿੰਦੇ ਨੇ ਮੇਰਾ ਭਾਵ ਹੋਇਆ ਹੈ, ਉੱਥੇ ਜਨਮ ਹੋਇਆ ਹੈ। ਥੋੜਾ ਜਿਹਾ ਉਹਨਾਂ ਦੀ ਰਚਨਾ ਚ ਅਸੀਂ ਦੇਖ ਲਈਏ, ਕਿਉਂਕਿ ਮਾਤਾ ਜੀ ਦੀ ਭਗਤੀ ਦਾ ਜ਼ਿਕਰ ਅਸੀਂ ਕਥਾ ਵਾਲੇ ਨਹੀਂ ਕਰਦੇ, ਕੇਵਲ ਗੁਰੂ ਤੇਗ ਬਹਾਦਰ ਸਾਹਿਬ ਦਾ ਕਰਨੇ ਆ, ਪਰ ਨਹੀਂ, ਗੁਰੂ ਗੋਬਿੰਦ ਸਿੰਘ ਬਚਨ ਕਰਦੇ ਆ, ਤਾਤ ਮਾਤ ਮੁਰ ਅਲਖ ਅਰਾਧਾ, ਬਹੁਵਿਧ ਜੋਗ ਸਾਧਨਾ ਸਾਧਾ, ਤਿੰਜੋ, ਉੱਥੇ ਲਫ਼ਜ਼ ਬਹੁਵਚਨ ਤਿੰਜੋ ਕਰੀ ਅਲਾਕੀ ਸੇਵਾ, ਤਾਂ ਤੇ ਪੈ ਪ੍ਰਸੰਨ ਗੁਰਦੇਵਾ, ਤਿਨ ਪ੍ਰਭ ਜਬ ਆਇ ਸਮੁ ਦੀਆ, ਤਬ ਹਮ ਜਨਮ ਕੱਲੂ ਮੈਂ ਲਿਆ। ਤਾਤ ਮਾਤ ਹੈ ਜੀ, ਤਾਤ ਮਾਤ ਮੁਰ ਅਲਖ ਅਰਾਧਾ। ਉੱਥੇ ਫਿਰ ਸਤਿਗੁਰੂ ਇੱਕ ਬਚਨ ਹੋਰ ਕਰਦੇ ਕਿ ਜਬ ਹੀ ਜਾਤ ਤਰਬੈਣੀ ਪਏ, ਪੁੰਨ ਦਾਨ ਦਿਨ ਕਰਤ ਬਤੈ, ਤਈ ਪ੍ਰਕਾਸ਼ ਹਮਾਰਾ ਪਇਓ। ਉੱਥੇ ਪ੍ਰਕਾਸ਼ ਹੋਇਆ, ਉਧਰੇ ਮੈਂ ਆਏ ਕੀਆ ਨਿਵਾਸ ਕੈ। ਪਟਨੇ ਦੀ ਧਰਤੀ ਤੇ ਹਜ਼ੂਰ ਪਹੁੰਚਦੇ ਆ, ਜਿਹੜਾ ਸਾਡਾ ਤਖਤ ਹੈ, ਤਖਤ ਦਾ ਨਾਮ ਹੈ ਤਖਤ ਸ੍ਰੀ ਹਰਮੰਦਰ ਜੀ ਪਟਨਾ ਸਾਹਿਬ। ਸਤਿਗੁਰੂ ਅੱਗੇ ਪੂਰਬ ਨੂੰ ਚਲੇ ਜਾਂਦੇ ਆ। ਹੋਰ ਜਿਸ ਦਿਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਆਗਮਨ ਹੁੰਦਾ ਹੈ, ਉਸ ਦਿਨ ਗੁਰੂ ਤੇਗ ਬਹਾਦਰ ਮਹਾਰਾਜ ਘਰ ਨਹੀਂ, ਹਜ਼ੂਰ ਢਾਕੇ ਨੇ। ਮਾਤ ਗੁਜਰੀ ਜੀ ਦੀ ਕੁੱਖ ਚੋਂ ਉਹ ਮਹਾਂਬਲੀ ਸ਼ਬਦ ਮੈਂ ਵਰਤਿਆ ਤਾਂ ਵੀ ਤੁਲਸੀ ਦਾ ਹਰ ਸ਼ਬਦ ਵੈਗਰੂ ਫਿੱਕਾ ਪੈ ਜਾਏਗਾ। ਗੁਰੂ ਗੋਬਿੰਦ ਸਿੰਘ ਜੈਸਾ ਕੌਣ ਹੈ, ਉਸ ਵਰਗਾ ਭਗਤ। ਮੈਂ ਤਾਂ ਸ਼ਬਦ ਵਰਤਣ ਲੱਗਾ, ਮਾਂ ਕੁੱਖ ਨੂੰ ਨਮਸਕਾਰ, ਜਿਹਨੂੰ ਤੂੰ ਜਨਮ ਦਿੱਤਾ, ਇੰਨਾ ਵੱਡਾ ਅਕਾਲ ਦੀ ਉਸਤਤ ਕਰਨ ਵਾਲਾ ਹੈ। ਘੰਟਿਆਂ ਬੱਧੀ ਅਕਾਲ ਦੀ ਉਸਤਤ ਕਰਦਾ ਹੋਇਆ ਉਹਨੂੰ ਹਰ ਜ਼ਰਰੇ ਜ਼ਰਰੇ ਵੀ ਦੇਖ ਕੇ ਕਹਿੰਦਾ ਕਿ ਜ਼ਮੀ ਤੂੰ ਹੀ, ਜ਼ਮਾਂ ਤੂੰ ਹੀ, ਮਕੀ ਤੂੰ ਹੀ, ਮਕਾਂ ਤੂੰ ਹੀ। ਜਲੇ ਥਲੇ ਦੀ ਗੱਲ ਕਰਦਾ ਹੈ। ਉਸ ਤੋਂ ਵੱਡਾ ਭਗਤ ਕੌਣ ਹੈ ਕਿ ਜਾਪ ਸਾਹਿਬ ਦੀ ਬਾਣੀ ਸੈਂਕੜੇ ਵਾਰੀ ਅਕਾਲ ਪੁਰਖ ਨੂੰ ਨਮਸਕਾਰ ਕਰੀ ਜਾ ਰਿਹਾ ਹੈ। ਉਸ ਵਰਗੀ ਸਮਾਧੀ ਕਿਸੇ ਦੀ ਨਹੀਂ, ਕਿਉਂਕਿ ਪਿਤਾ ਦਾ ਸੀਸ ਵੇਖਦਾ ਤੇ ਉਹਦੀ ਸਮਾਧੀ ਟੁੱਟਦੀ ਨਹੀਂ, ਪੁੱਤਰਾਂ ਦੇ ਟੁਕੜੇ ਵੇਖਦਾ, ਉਹਦੀ ਸਮਾਧੀ ਟੁੱਟਦੀ ਨਹੀਂ। ਜਿਸ ਦਿਨ ਮਾਂ ਤੇ ਛੋਟੇ ਲਾਲਾਂ ਦੀ ਖਬਰ ਮਿਲਦੀ ਹੈ, ਸਿੱਖ ਬੈਰਾਗ ਚਰਾਉਂਦੇ ਨੇ, ਪਰ ਪ੍ਰਮਾਤਮਾ ਦੇ ਭਗਤ ਦੀ ਸਮਾਧੀ ਉੱਥੇ ਵੀ ਨਹੀਂ ਟੁੱਟਦੀ। ਉੱਥੇ ਸਮਾਧੀ ਦਾ ਅਰਥ ਮਾਲਾ ਪਕੜ ਕੇ ਨਹੀਂ ਮੈਂ ਕੀਤਾ, ਉਹ ਚੁਭੀ ਹੋਈ ਸੁਰਤ ਅਕਾਲ ਪੁਰਖ। ਮਾਂ ਨੇ ਜਿਹਨੂੰ ਜਨਮ ਦਿੱਤਾ, ਧੰਨ ਮਾਤਾ ਗੁਜਰੀ ਸਾਹਿਬ ਜੀ, ਜਿਹਨੂੰ ਜਨਮ ਦਿੱਤਾ ਉਹਦੇ ਵਰਗਾ ਭਗਤ ਕੋਈ ਨਹੀਂ। ਤੁਲਸੀ ਨੇ ਕਿਹਾ ਸੂਰਮਾ, ਉਹਦੇ ਵਰਗਾ ਸੂਰਮਾ ਕਿਹੜਾ ਹੈ। ਆਮ ਤੌਰ ਤੇ ਬੰਦਾ ਜਦੋਂ ਜੰਗ ਚ ਉਤਰਦਾ, ਅੱਜ ਤੁਸੀਂ ਦੇਖੋ, ਫਿਰ ਉਹ ਲੜਦਾ ਕੇਸ, ਮੈਂ ਨਹੀਂ ਇਹ ਕੀਤਾ, ਵਕੀਲ ਇਕੱਠੇ ਕਰਕੇ। ਪਰ ਗੁਰੂ ਗੋਬਿੰਦ ਸਿੰਘ ਕੋਈ ਵਕੀਲ ਨਹੀਂ ਕਰਦੇ। ਉਹ ਜਦੋਂ ਜ਼ਫਰਨਾਮਾ ਲਿਖਦੇ ਆ ਤੇ ਕਹਿੰਦੇ ਆ, ਔਰੰਗਜ਼ੇਬ ਮੈਂ ਆਪਣੇ ਪੂਰੀ ਤਿਆਰੀ ਨਾਲ ਜੰਗ ਚ ਉਤਰਿਆ, ਮੈਂ ਸ਼ਸਤਰ ਤੇ ਹੱਥ ਚੁੱਕਿਆ, ਜੈ ਸੀ। ਇੱਥੋਂ ਤੱਕ ਉਹਦੇ ਜਰਨੈਲ ਨੂੰ ਮਾਰਨ ਦਾ ਜ਼ਿਕਰ ਕਰਦੇ ਆ। ਇੱਕ ਨਾਰ ਖਾਨ ਨੂੰ ਮੈਂ ਤੀਰ ਬਖਸ਼ਿਆ, ਦੂਜਾ ਸੀ ਉਦਨ ਚਮਕੌਰ ਸਾਹਿਬ ਵੇਖਿਆ, ਕਹਿਣ ਲੱਗੇ ਅਫਸੋਸ। ਚਮਕੌਰ ਦੀ ਗੜੀ ਚ ਇੱਕੋ ਸ਼ਬਦ ਅਫਸੋਸ, ਜੇ ਕਿਤੇ ਖਵਾਜਾ ਮਹਿਮੂਦ ਦਿਸ ਪੈਂਦਾ, ਜ਼ਫਰ ਵੇਗ ਮੈਂ ਉਹਦਾ ਸਿਰ ਉਡਾ ਕੇ ਰੱਖ ਦੇਣਾ ਸੀ, ਮੈਨੂੰ ਉਹ ਨਜ਼ਰ ਹੀ ਨਹੀਂ ਆਇਆ। ਇਹ ਸੂਰਮਾ ਕਹਿ ਸਕਦਾ ਪਿਆਰਿਓ। ਉਹਦੇ ਵਰਗਾ ਸੂਰਮਾ ਕੌਣ ਹੈ? ਹਰੀ ਚੰਦ ਸਭ ਤੋਂ ਬਹਾਦਰ ਸੂਰਮਾ। ਮੈਂ ਇਹਦਾ ਮਤਲਬ ਇਹ ਨਹੀਂ ਕਿ ਮੈਂ ਗੁਰੂ ਗੋਬਿੰਦ ਸਿੰਘ ਦੀ ਕਥਾ ਵੱਲ ਆ ਗਿਆ, ਮੈਂ ਸਿਰਫ ਕਹਿਣਾ ਚਾਹਨਾ ਉਸ ਮਾਂ ਦੀ ਕੁੱਖ ਨੂੰ ਨਮਸਕਾਰ ਕਰੋ ਜਿਹਦੀ ਕੁੱਖ ਚੋਂ ਪੈਦਾ ਹੋਏ ਪੁੱਤਰ ਵਿੱਚ ਇੰਨੇ ਗੁਣ ਨੇ। ਹਰੀ ਚੰਦ ਪਹਾੜੀਆਂ ਵਿੱਚੋਂ ਮੰਨਿਆ ਪਰਵੰਨਿਆ ਸੀ, ਤੀਰਅੰਦਾਜ਼। ਭੰਗਾਣੀ ਦਾ ਜੰਗ ਹਜ਼ੂਰ ਨੇ ਪਹਿਲਾ ਜੰਗ ਲੜਿਆ। ਬਚਿੱਤਰ ਨਾਟਕ 'ਚ ਗੁਰੂ ਗੋਬਿੰਦ ਸਿੰਘ ਬਖਸ਼ਿਸ਼ ਕਰਦੇ ਆ,
कहते ने हरी चंद कोपे कमानंग संभारंग प्रथम बाजिंग तान पानंग प्रहारंग द्वितीय ताके तीर मोको चलाएंग रखया दैव कान शवै के सदाएंग तृतीय तीर मारियो सो पेटी मजारंग बिदंग चलकितंग द्वाल पालंग पधारंग चुबी चिंग चरमंग कछु न काए आयंग कलंग केवलंग दास जानंग बचाएंग। मैं अर्थ थोड़े जे कर देना क्योंकि हर एक नूं नहीं समझ पैगी ये हजूर दे बोल। कहते ने हरी चंद गुस्से च आया, उन्हें अपने पत्थे चो तीर कढ़िया कमान ते चाड़िया मैनू ललकारिया। गुरु गोबिंद सिंह कहते उम्र करके वड्डा मेरे तो पर मैं क्या नहीं हरी चंद पहला 3 वार तू कर मैं बाद च करांगा। सतगुरु कहते ने हरी चंद कोपे कमानंग संभारंग। देखो इस सूरमे की गल नदाउन दे जंग विच गुरु गोबिंद सिंह महाराज खब्बे हाथ नाल तीर चलाते रहे। ਉਹਦਾ ਜ਼ਿਕਰ ਕਰਦੇ ਆ महाराज बचित्र नाटक च। कहते हरी चंद गुस्से च आया, उन्हें कमान नूं संभारिया, तीर चलाए। पहला तीर मेरे घोड़े नूं मारिया, दूजा तीर मेरे कन कोलों छूह के लंघ गया, तीजा तीर मेरे दिल नूं सीने नूं बनाया पर ओदा निशाना चुक गया। वो तीर मेरी पेटी च वज्जा, रेशमी तस्मा सी महाराज कहते पेटी जिहड़ी बन्नी वो तस्मे दे विचों वढदा होया मेरे शरीर दी चमड़ी नूं जा लगा। वो बचन हरी चंद कोपे कमानंग संभारंग प्रथम बाजिंग तान बाणंग प्रहारंग द्वितीय ताक तीर मोको चलाएंग रख्या दैव कान शवै कै सदाएंग तृतीय तीर मारियो सो पेटी मजारंग बिदंग चलकितंग द्वाल पालंग पदारंग चुबी चिन चरमंग कछु न काए आयंग कलंग केवलंग दास जानंग बचाएंग। अगे फिर महाराज कहते जब बाण लाग्यो तब रोष जाग्यो। मैं कहना सतगुरु तेरी कलम भी इस तरह चलती है जिवें कमान विचों तीर निकलता है। सच है वो कलम भी तीर बन बन के निकलती है। जे वो कलम तीर ना होंदी ते जफरनामा पढ़ के औरंगजेब जांदा पिया है। जबै बाण लाग्यो तबै रोष जाग्यो करंग लै कमान हनग बाण तानंग सबै वीर धाए सरोगंग चलाए सा करोड़ रायंग वाह काल खाएंग। उत्थे महाराज कहते हरी चंद मारे सो जोधा लतारे भई जीत मेरी किरपा काल केरी। ओदे वर्गा गुरमुखो मां गुजरी नमस्कार तेरी कुख चो जम्मे वर्गा सूरमा भी कोई नहीं। उन्हें कहा दानी चाहिदा है तो मैं बेनती करा प्यारिओ चेते रखियो कपड़े अन्न पैसा अमीर लोग दान करते आ। चेत रखियो दुनिया च सिर्फ इको गुरु गोबिंद सिंह जिहड़ा अपना सरबंस दान करता है। सरबंस दानी है गुरु गोबिंद सिंह। उन्हें 3 ही शब्द कहे भगत दानी ते सूरमा। ओदे वर्गा कलमधारी कोई नहीं, ओदे वर्गा जरनैल कोई नहीं। इन्नी चढ़दी कला वाला जरनैल कि 10 लाख का मुलखैया इन्ने वड्डे जिगरे वाला कहंदा खालसा जी अज 10 लाख नूं चीर के शहादत का जाम पियो कि ते कौम सदा जी जिंदी रहेगी। खैर मात गुजरी ने पटना साहिब की धरती ते लाल नूं जन्म दिता। उत्थे 5 साल के करीब इतिहास कहता कि 6 साल कहंदे रहे। मात गुजरी जी पति घर नहीं। मैं एक बेनती करांगा थोड़ा जिहा इहनूं महसूस करके देखो। बीबियां भैणां बैठियां ने विआह होया नूं 33 साल हो गए आ। मैं 33 शब्द वरते जी 32-33 साल बाद विआह तो बाद 33 साल बाद घर परमात्मा ने पुत्र दिता पर साईं घर कोई नहीं। पर मां गुजरी ने बिल्कुल गिला नहीं किया। धरा दा ये किहड़े शब्दां नाल अर्थ करा गृहस्थ गुरु शब्द छोटे जे रह जांदे आ। इस धरती का भार वंडन आया गुरु तेग बहादुर का परिवार। हाँ जदों क्या मां पिता जी दे दीदार करने ने बिरहा च आके बाला प्रीतम जदों पुकारन लगे गुरु तेग बहादुर आए मात गुजरी लेके गए गुरु का बाग पटना साहिब। रस्ते क्या पुत जदों पिताजी मिलणगे चरना ते मत्था टेकना है। मैं कहना उस वक्त परिवार की मां दे अंदर नूं कितनी खुशी होवेगी। एक साईं घर आया ते दूजा कुख चो जम्मे कोई पुत्र ने अज अपने पिता नूं मत्था टेकना है। याद रखियो उस मां ने दुनिया दे हर सुख दियां घड़ियां भी देखियां
उस मां ने दुनिया के अत दियां दुख दियां घड़ियां भी देखियां। उस सुख विच भी अडोल रही, सच है भी दुख विच भी अडोल रही। पुत नूं लैके गई मां, नाल सस है, दादी है, गुरु गोबिंद राय महाराज जी दी। गुरु तेग बहादुर नूं दौड़ के मिले, पिता जी शब्द वरतिया। मात गुजरी दियां अखां च प्रेम दे अथरू सन। पिता ने पुत्र नूं चुकन लगे, पुत्र ने चरना च मत्था टेकिया, मत्था टेकदे नूं सीने नाल घुट के लाया। साडा इतिहास कहंदा सुके रुख भी हरे हो गए। गुरु का बाग हो। हजूर घर आए, कुछ समा घर रुके, कहन लगे असीं मदर देश चलने हैं, पंजाब की धरती पर। गुरु गोबिंद सिंह उस वक्त ज्यादा बिहारी शब्द वरतते सन, याद रखियो। महाराज पंजाब आ गए। फिर गुरु गोबिंद सिंह कहते ने कि सानू पिता जी का सुनेहा आया ते साडी मां लैके सानू पटना साहिब की धरती तो पंजाब आई। मैं तां बेनती की, मात गुजरी का सबर कैसा है। मैं सिर्फ पंछी झात अर्ज कर रहा। जदों आए ने हजूर कहते ने मदर देश हमको ले आए। अगला शब्द बड़े कमाल, कहते मेरी मां ते पिता ने इन्ने लाड लड़ाए मेरे। गुरु गोबिंद सिंह कहते सच है, मैनू दुलार बड़ा दिता मेरी मां ने। किन्नी को मुहब्बत होगी अंदर दी। मदर देश हमको ले आए, भांत भांत दयन दुलराए, किन्नी अनक भांत तन रच्छा। याद रखियो मां लई है। मेरी मां ने बड़ा मैनू संभालिया। मैं कहना मां सच्ची है वे कले इमोशन कर ली, भा बनाओ तेरी बुक्कल नू, तेरी गलवकड़ी नू नमस्कार। कदी पुत तेरा कहंदा मैनू मां ने सीने नाल ला के बड़ा लाड दिता, ते कदी तेरा पोता तुर लग्या कहंदा मां इन्ना लाड दिता ही कुण रही ना, असीं शहीद होण लग्या, साडे पिछे आ जरूर जाए। ओदी बुक्कल तां प्यार नाल भीजी। मदर देश हमको ले आए, भांत भांत दयन दुलराए, किन्नी अनक भांत तन रचा। अगला शब्द गुरुदेव समर्थ ने कहन लगे पर मेरी मां ने बड़ी सिक्ख्या दी, दीनी भांत भांत की शिक्षा। मां गुजरी ने पुत नूं सिक्ख्या दी। अगले शब्द वेखो बड़े बैरागमई, कहन लगे जब हम कर्म धर्मो आए, देवलोक ता पिता सिधाए। पिता दा साया बड़ा वड्डा हुंदा है, बड़ी वड्डी शान हुंदी है बाप दी। मैनूं याद है कहंदे ने कुछ भी ना करे, मंजी ते बैठा होए उहदा साया बड़ा है। पर याद रखियो गुरु गोबिंद राय, गुरु गोबिंद सिंह 9 साल दे ने, पिता दी चले गए। जदों तुरे ने एवें साखी सुना के कह देना चल पे, एवें नहीं। जदों फरियाद की मात गुजरी की उत्थे बैठे नहीं सन। तुहानूं सब नूं पता जिहड़े आनंदपुर साहिब जांदे हो, भोरा साहिब दे नेड़े तां वो थां है जिथे पुकार की। भोरा साहिब हजूर दा घर सी अपना। ਇਹਦਾ मतलब परिवार कोल है। जदों मां गुजरी ने, मैं कली कल्पना नहीं कर रहा, सुरत नाल देखो डारी मारो तो इंज कहना कि दरबार सजिया होवेगा। जदों पुत्र ने खलो के क्या होना, बापू तेरे तो वड्डा कोई करनी वाला नहीं, इन्हां नूं बचा सके। मात गुजरी ने देखा होना प्यो ते पुत्र दे वार्तालाप नूं सुनिया होवेगा। मां ने सुनिया पुत की कह रहा अपने बाप नूं। हजूर तुरदे आ। मात गुजरी जी सन 1675 नूं अपने सिर दे साईं नूं तोरन चली है। एक बार मैं अर्ज की सी, आनंदपुर साहिब कहंदे आ सज्जन, सुनाया सी गुरमुख प्यारियां, सारा परिवार महाराज जी नूं कीरतपुर साहिब वाले पासे छड्डण आया। बाला प्रीतम ने मत्था टेकिया, मात नानकी ने असीस दी, माता नानकी जी जीवत सानू दो। मैं सोचना ये सीना मां वर्गा किसी का नहीं। जदों पति नूं तोरिया होवेगा, नमस्कार की होवेगी, गुरु तेग बहादुर साहब की पिठ हुई होवेगी, वो आखिरी पल पति दे मिलन दे तोरन दे सच है कि मात गुजरी नूं ठंडे बुरज विच भी दिसदे होणगे।
ਪਤੀ ਤੋਰਿਆ, ਵਾਪਸ ਘਰ ਆ ਗਏ। ਅੱਜ ਵਰਗਾ ਕੋਈ ਥਾਂ ਨਹੀਂ ਵੀ ਕੋਈ ਸੁਨੇਹਾ ਨਹੀਂ ਆਉਣਾ। ਗੁਰੂ ਤੇਗ ਬਹਾਦਰ ਮਹਾਰਾਜ 11 ਨਵੰਬਰ 1675 ਨੂੰ ਸ਼ਹੀਦ ਹੋ ਗਏ। ਦਿੱਲੀ ਦੀ ਧਰਤੀ ਤੇ ਚਾਂਦਨੀ ਚੌਂਕ 3 ਸਿੱਖ ਸ਼ਹੀਦ ਹੋਏ। ਗੁਰੂ का बेटा गुरु ਦਾ ਸੀਸ, ਪਿਓ ਇੱਕ ਪੁੱਤਰ ਆਪਣੇ ਪਿਓ ਦਾ ਸੀਸ ਲੈ ਕੇ ਆਇਆ। ਚੇਤੇ ਰੱਖਿਓ, ਭਾਈ ਜੈਤਾ ਜੀ ਗੁਰੂ का बेटा है वो। ਭਾਈ ਜੀਵਨ ਸਿੰਘ ਸੀਸ ਲੈ ਕੇ ਆਏ। ਪੜਾਂ ਦਰ ਪੜਾਂ, ਮੈਂ ਸੰਖੇਪ ਜੀ, ਮੈਂ ਸਿਰਫ ਆਪਣੇ ਆਪ ਨੂੰ ਕੇਂਦਰਿਤ ਮਾਤਾ ਜੀ ਤੇ ਰੱਖਿਆ। ਜਦੋਂ ਕੀਰਤਪੁਰ ਪਹੁੰਚੇ ਨੇ, ਭਾਈ ਜੈਤਾ ਜੀ ਦੇ ਮਨ 'ਚ ਬੈਰਾਗ ਸੀ। ਕੱਲਾ ਸੀਸ ਸੀਨੇ ਨਾਲ ਲਾਇਆ, ਕੋਈ ਜਰਨੈਲੀ ਸੜਕ ਤੋਂ ਥੋੜਾ ਲੰਘਿਆ। ਬਿਖਮ ਪੈਂਡੇ ਕਰਦਾ ਹੋਇਆ ਕੀਰਤਪੁਰ ਸਾਹਿਬ ਭਾਈ ਸਾਹਿਬ ਤਾਂ ਰੁਕ ਗਏ ਕਿ ਉੱਥੇ ਗੁਰੂ ਹਰਿਰਾਏ ਸਾਹਿਬ ਤੇ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਅਸਥਾਨ ਹੈ ਚਲਾਣੇ ਦਾ। ਸ਼ਾਇਦ ਵੱਡਿਆਂ ਵਾਲੀ ਥਾਂ ਤੇ ਸੰਸਕਾਰ ਕਰਨਾ ਹੋਵੇ। ਆਨੰਦਪੁਰ ਸਾਹਿਬ ਤੋਂ ਪਰਿਵਾਰ ਆਇਆ। ਮਾਤ ਗੁਜਰੀ ਜੀ, ਉਹਨਾਂ ਦੀ ਉਮਰ 51 ਕੁ ਸਾਲ ਦੇ ਕਰੀਬ, ਮੈਂ ਸ਼ਬਦ ਵਰਤਾਂ ਕਰੀਬ, ਮੈਂ ਤਾਂ ਲਾਗੇ ਚਾਗੇ ਵਰਤ ਰਿਹਾ ਅੰਦਾਜ਼ਾ ਬਣਾ ਕੇ। 51-52 ਸਾਲ ਦੀ ਉਮਰ ਹੈ। ਆਨੰਦਪੁਰ ਸਾਹਿਬ ਖਬਰ ਆ ਗਈ ਏ ਕਿ 9ਵੇਂ ਗੁਰਦੇਵ ਦਾ ਸੀਸ ਭਾਈ ਜੈਤਾ ਜੀ ਲੈ ਕੇ ਆਏ ਨੇ। ਕਥਾ ਵਾਲਾ ਮੈਂ ਕਰ ਦਿਆਂਗਾ, ਤੁਸੀਂ ਸੁਣੋਗੇ, ਪਰ ਇਹਨੂੰ ਸੀਨੇ 'ਚ ਮਹਿਸੂਸ ਕਰਕੇ ਦੇਖੋ। ਇੱਕ ਪਤਨੀ ਨੇ ਜਿਹਨੇ ਪਤੀ ਤੋਰਿਆ ਹੋਵੇ, ਉਹਦਾ ਕੱਲਾ ਸੀਸ ਕਿਵੇਂ ਆਪਣੀਆਂ ਅੱਖਾਂ ਨਾਲ ਦੇਖ ਲੈਗੀ। ਮੈਂ ਇਸ ਕਰਕੇ ਕਹਿਣ ਲੱਗਾ, ਮਾਤ ਗੁਜਰੀ ਤੇ ਮਤ ਕੋਈ ਉਂਗਲ ਚੁੱਕੇ, ਮਾਂ ਵਰਗਾ ਅਡੋਲ ਸੀਨਾ ਕਿਸੇ ਦਾ ਨਹੀਂ। ਪਤੀ ਦਾ ਸੀਸ ਦੇਖਣਾ ਕੱਲਾ। ਕੀਰਤਪੁਰ ਸਾਹਿਬ ਪਹੁੰਚਿਆ। ਭਾਈ ਜੈਤਾ ਜੀ ਬੈਰਾਗ ਸਨ। ਦਾਸ ਨੇ ਕਥਾ ਪਹਿਲਾਂ ਕੀਤੀ ਵੀ ਕਈ ਵਾਰੀ, ਸੀਸ ਯਾਤਰਾ। ਜਿੱਥੋਂ ਜਿੱਥੋਂ ਸਤਿਗੁਰੂ ਦਾ ਸੀਸ ਲੰਘਿਆ, ਉੱਥੇ ਭਾਵਨਾ ਵਾਲੇ ਬੈਠੇ ਸਨ ਦਰਸ਼ਨਾਲੀ। ਬਸਤਰ ਚੋਂ ਸੀਸ ਕੱਢਿਆ। ਭਾਈ ਜੈਤੇ ਦੇ ਅੱਖਾਂ 'ਚ ਪਾਣੀ ਸੀ। ਸੋਹਣੀ ਪਾਲਕੀ ਸੀਸ ਰੱਖਿਆ। ਕਹਿੰਦੇ ਸਭ ਤੋਂ ਪਹਿਲਾਂ ਗੋਬਿੰਦ ਰਾਏ ਆਪਣੀ ਦਾਦੀ ਜੀ ਨੂੰ, ਮਾਤਾ ਨਾਨਕੀ ਜੀ ਨੂੰ ਕੋਲ ਲੈ ਕੇ ਆਏ। ਪੁੱਤ ਦੇ ਸੀਸ ਉੱਤੇ ਦੋਨੋਂ ਹੱਥ ਰੱਖੇ, ਚਿਹਰਾ ਦੇਖ ਕੇ ਹੀ ਕਿਹਾ, ਸਾਧ ਸੰਗਤ ਜੀ, ਜਿਵੇਂ ਤੇਗ ਬਹਾਦਰ ਪੁੱਤ ਮੁਸਕਰਾਂਦਾ ਗਿਆ, ਉਸ ਤਰ੍ਹਾਂ ਹੀ ਮੁਸਕਰਾਂਦਾ ਆਇਆ ਹੈ। ਉਸ ਵਕਤ ਗੁਰੂ ਗੋਬਿੰਦ ਸਿੰਘ ਦਾ ਸੀਨਾ ਜੀ ਇੱਕ ਪੁੱਤਰ ਦੇ ਰੂਪ 'ਚ ਦੇਖੋ। ਬਾਪੂ ਦੇ ਸੀਸ ਨੂੰ ਦੇਖਿਆ, ਨਮਸਕਾਰ ਕੀਤੀ। ਮਾਂ ਗੁਜਰੀ ਨੇ ਪਤੀ ਦੇ ਸੀਸ ਨੂੰ ਮੱਥਾ ਟੇਕ ਕੇ ਜਿਹੜੇ ਸ਼ਬਦ ਕਹੇ, ਸੰਗਤ ਨੇ ਸੁਣੇ। ਮੱਥਾ ਟੇਕ ਕੇ ਹੱਥ ਜੋੜ ਕੇ ਕਿਹਾ, ਦਾਤਾ ਸਾਈਂ ਮੇਰਿਆ, ਤੇਰੀ ਨਿਭ ਗਈ, ਕਿਰਪਾ ਕਰੀ ਗੁਜਰੀ ਦੀ ਨਿਭ ਜਾਏ। ਤੁਹਾਡੀ ਨਿਭ ਗਈ, ਮੇਰੀ ਨਿਭ ਜਾਏ। ਸੀਸ ਆਨੰਦਪੁਰ ਸਾਹਿਬ ਦੀ ਧਰਤੀ ਤੇ ਸੰਸਕਾਰ ਹੋਇਆ। ਮਾਤ ਨੇ ਪਤੀ ਦਾ ਸੀਸ ਸੰਸਕਾਰ ਹੁੰਦਾ ਦੇਖਿਆ। ਉਸ ਵਕਤ ਪੁੱਤਰ ਨੇ ਚੜ੍ਹਦੀ ਕਲਾ 'ਚ ਇੱਕ ਬੋਲ ਕਿਹਾ। ਇਹ ਪਿਛਲੇ ਸਾਲ ਜੋਤੀ ਸਰੂਪ ਵੈਸੇ ਮੈਂ ਥੋੜੇ ਜਿਹੇ ਦੇ ਅਰਥ ਕਰ ਦਿੱਤੇ ਸਨ। ਇੰਨੀ ਚੜ੍ਹਦੀ ਕਲਾ ਸ਼ਬਦ ਕਹੇ ਕਿ ਮੇਰੇ ਬਾਪੂ ਵਰਗਾ ਕੋਈ ਨਹੀਂ ਦੁਨੀਆ 'ਚ, ਜੋ ਮੇਰੇ ਬਾਪ ਨੇ ਕਰ ਦਿੱਤਾ ਕੋਈ ਨਹੀਂ ਕਰ ਸਕਦਾ। ਸੱਚਮੁੱਚ ਮੈਂ ਜਦੋਂ ਨੀਹਾਂ 'ਚ ਖਲੋਨਾ, ਚਮਕੌਰ ਸਾਹਿਬ ਜਾਂਦੇ ਆ, ਮੈਂ ਕਹਿੰਦਾ ਸਤਿਗੁਰੂ, ਜੋ ਤੇਰੇ ਬਾਪ ਨੇ ਪਿਤਾ ਜੀ ਨੇ ਕੀਤਾ, ਤੇਗ ਬਹਾਦਰ ਕਰਿਆ, ਕਰੀ ਨਾ ਕਿਨਹੂ ਆਨ। ਸੱਚ ਏ ਵੇ, ਤੇਰੇ ਬਾਪ ਵਰਗਾ ਵੀ ਕੋਈ ਨਹੀਂ ਕਰ ਸਕਦਾ, ਤੇਰੇ ਪੁੱਤਰਾਂ ਵਰਗਾ ਵੀ ਕੋਈ ਨਹੀਂ ਕਰ ਸਕਦਾ। ਹਜ਼ੂਰ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਦੇਖਿਆ, ਸੰਗਤ ਦੀ ਉਦਾਸੀ ਨੂੰ ਤੋੜਦਿਆਂ, ਬੈਰਾਗ ਨੂੰ ਤੋੜਦਿਆਂ ਕਿਹਾ ਕਿ ਵਕਤ ਆਏਗਾ ਭਾਈ ਜੈਤਿਆ, ਸਿੱਖ ਨਜ਼ਰ ਨਹੀਂ ਆਇਆ, ਇਹੋ ਜਿਹਾ ਸਿੱਖ ਪੈਦਾ ਕਰਾਂਗਾ, ਇਹੋ ਜਿਹਾ ਬਾਣਾ ਦਿਆਂਗਾ ਕਿ ਜਿਵੇਂ ਮਿਰਗਾਂ ਦੇ ਵਿੱਚ ਸ਼ੇਰ ਪਹਿਚਾਣਿਆ ਜਾਂਦਾ ਹੈ, ਪੰਛੀਆਂ ਵਿੱਚ ਹੰਸ ਪਹਿਚਾਣਿਆ ਜਾਂਦਾ ਹੈ,
ਤਾਰਿਆਂ ਵਿੱਚ ਚੰਦਰਮਾ ਆਪਣੀ ਚਮਕ ਦਿੰਦਾ ਹੈ। ਇਹੋ ਜਿਹਾ ਖਾਲਸਾ ਪੈਦਾ ਕਰਾਂਗਾ, ਕਰੋੜਾਂ ਵਿੱਚ ਖਲੋਤਾ ਹੋਵੇਗਾ, ਜੀਵਨ ਦੇਖ ਕੇ ਕਹਿਣਗੇ ਗੁਰੂ ਗੋਬਿੰਦ ਸਿੰਘ ਦਾ ਸਿੱਖ ਖਲੋਤਾ ਹੈ। ਸਮਾਂ ਲੰਘਿਆ, 1675 ਤੋਂ ਲੈ ਕੇ 1704 ਤੱਕ ਪਾਵਾਂ ਕਿ ਕਈ ਵਿਦਵਾਨਾਂ ਨੇ 1705 ਦਾ ਵੀ ਜ਼ਿਕਰ ਕੀਤਾ। ਇੰਨਾ ਸਮਾਂ ਮਾਤ ਗੁਜਰੀ ਜੀ ਨੇ ਬਹੁਤ ਕੁਝ ਆਪਣੀਆਂ ਅੱਖਾਂ ਨਾਲ ਦੇਖਿਆ। ਉਹਨੇ ਆਪਣੇ ਪੁੱਤਰ ਨੂੰ ਮਹੱਲੇ ਕੱਢਦਿਆਂ ਦੇਖਿਆ, ਨਗਾਰੇ ਵੱਜਦਿਆਂ ਦੇਖੇ। ਇਹ ਗੱਲ ਵੱਖਰੀ ਕਿ ਕਵੀ ਵਿਦਵਾਨਾਂ ਨੇ ਕਈ ਥਾਵਾਂ ਤੇ ਕਮਜ਼ੋਰੀ ਜ਼ਾਹਰ ਕੀਤੀ, ਪਰ ਸੱਚ ਇਹ ਵੇ ਸ਼ਹਾਦਤ ਇਹ ਦੱਸਦੀ ਹੈ ਕਿ ਉਹਨਾਂ ਦੀ ਮਨੋਕਲਪਤ ਉਡਾਰੀ ਹੈ ਮਾਤ ਗੁਜਰੀ ਦੀ ਅਡੋਲਤਾ ਹੈ। ਪੌਂਟਾ ਸਾਹਿਬ ਮਾਤਾ ਜੀ ਗਏ ਜੀ, ਆਪਣੀ ਹੱਥੀਂ ਪੁੱਤ ਦੇ 3 ਵਿਆਹ ਕੀਤੇ। ਇਹ ਚੋਂ ਇਨਕਾਰ ਨਹੀਂ ਹੋ ਸਕਦੇ। ਸ਼੍ਰੋਮਣੀ ਕਮੇਟੀ ਦੀ ਪ੍ਰਬੰਧ 'ਚ ਮੈਂ ਬੈਠਾ, ਉਹਨਾਂ ਦੇ ਲਿਖੇ ਲਿਟਰੇਚਰ ਅਨੁਸਾਰ ਮਾਤਾ ਸੁੰਦਰੀ ਜੀ, ਮਾਤਾ ਜੀਤੋ ਜੀ ਤੇ ਮਾਤਾ ਸਾਹਿਬ ਕੌਰ ਜੀ। ਪਹਿਲੇ ਸਾਹਿਬਜ਼ਾਦੇ ਅਸੀਂ ਸਾਰੇ ਬਾਬਾ ਅਜੀਤ ਸਿੰਘ, ਬਾਬਾ ਜੁਝਾਰ ਸਿੰਘ, ਬਾਬਾ ਜ਼ੋਰਾਵਰ ਸਿੰਘ, ਬਾਬਾ ਫਤਿਹ ਸਿੰਘ। ਅੰਮ੍ਰਿਤ ਸੰਚਾਰ ਹੋਇਆ ਹੈ, ਭਾਵਾਂ ਕਿ ਪੁਰਾਤਨ ਗ੍ਰੰਥਾਂ 'ਚ ਲਿਖਤ ਨਹੀਂ, ਪਰ ਵਿਦਵਾਨ ਪੁਰਸ਼ ਕਹਿੰਦੇ ਆ ਮਾਤ ਗੁਜਰ ਕੌਰ ਪਿੱਛੇ ਵੀ ਲਿਖਿਆ ਹੈ। ਮਾਤਾ ਜੀਤੋ ਜੀ ਨੇ ਪਤਾਸੇ ਪਾਇਆ। ਕੋਈ ਸੁਣ ਕੇ ਅਚੰਭਤ ਨਾ ਹੋਇਓ, ਕਿਉਂਕਿ ਸਭ ਦਾ ਧਿਆਨ ਮਾਤਾ ਸਾਹਿਬ ਕੌਰ ਜੀ ਵੱਲ ਜਾਣਾ ਹੈ, ਕਿਉਂਕਿ ਮਾਤਾ ਸਾਹਿਬ ਕੌਰ ਜੀ ਉਦੋਂ ਆਉਂਦੇ ਆ ਜਦੋਂ ਮਾਤਾ ਜੀਤੋ ਜੀ ਚਲਾਣਾ ਕਰ ਜਾਂਦੇ ਆ। ਖਾਲਸੇ ਦੀ ਮਾਂ ਅੰਮ੍ਰਿਤ ਛਕਾਉਣ ਤੋਂ ਬਾਅਦ ਬਣਾਇਆ ਹੈ। ਚਾਰੇ ਸਾਹਿਬਜ਼ਾਦੇ ਨੇ ਮਾਤ ਜੀਤੋ ਜੀ ਨੂੰ ਖੇਦ ਹੋਇਆ, ਚਲਾਣਾ ਕੀਤਾ। ਜਿਸ ਦਿਨ ਨੂੰਹ ਦਾ ਸੰਸਕਾਰ ਕੀਤਾ ਮਾਤ ਗੁਜਰੀ ਨੇ, ਉਸ ਦਿਨ ਛੋਟੇ ਸਾਹਿਬਜ਼ਾਦੇ ਬਾਬਾ ਫਤਿਹ ਸਿੰਘ ਜੀ ਦੀ ਉਮਰ ਪੌਣੇ 2 ਸਾਲ ਦੀ ਸੀ। ਸੰਸਕਾਰ ਤੋਂ ਬਾਅਦ ਦਾਦੀ ਮਾਂ ਨਾਲ ਅੱਗੇ ਪੈਂਦੇ ਸਨ, ਮਾਂ ਕੋਲ ਰਹਿੰਦੇ ਸਨ। ਮਾਤਾ ਜੀਤੋ ਜੀ ਦੇ ਸੰਸਕਾਰ ਤੋਂ ਬਾਅਦ ਸੱਚ ਕਹਿਣਾ, ਜੋਤੀ ਸਰੂਪ ਤੱਕ ਕੋਈ ਦਿਨ ਐਸਾ ਨਹੀਂ ਜਿੱਦਣ ਮਾਂ ਗੁਜਰੀ ਨੇ ਆਪਣੇ ਪੋਤਿਆਂ ਨੂੰ ਆਪਣੀ ਮੰਜੀ ਤੋਂ ਵੱਖ ਕੀਤਾ ਹੋਵੇ। ਉਹ ਤਾਂ ਚਿਖਾ ਵਿੱਚ ਵੀ ਸੀਨੇ ਨਾਲ ਲਾ ਕੇ ਬੈਠ ਗਈ। ਇਤਿਹਾਸ ਕਹਿੰਦਾ ਹੈ ਕਿ ਬਾਬਾ ਫਤਿਹ ਸਿੰਘ ਜੀ ਰਾਤ ਨੂੰ ਦੁੱਧ ਮੰਗਦੇ ਸਨ। ਸੀਤਲ ਸਾਹਿਬ ਨੇ ਲਿਖਿਆ, ਕਿਉਂਕਿ ਅੱਜ ਦੀ ਤਰ੍ਹਾਂ ਨਹੀਂ ਬੱਚੇ ਕਿੰਨੀ 3-3 4-4 ਸਾਲ ਦੇ ਦੁੱਧ ਪੀਂਦੇ ਸਨ ਮਾਂ ਦਾ। ਜਦੋਂ ਰਾਤ ਨੂੰ ਉੱਠ ਕੇ ਮਾਂ ਸ਼ਬਦ ਕਹਿਣਾ, ਦੁੱਧ ਮੰਗਣਾ, ਤੇ ਮਾਤ ਗੁਜਰੀ ਜੀ ਰੂੰ ਦੀ ਪੂਣੀ ਭੇ ਕੇ ਆਪਣੇ ਪੋਤੇ ਦੇ ਮੂੰਹ ਨਾਲ ਲਾਉਂਦੇ ਸਨ ਦੁੱਧ ਚੁੰਗਣ ਲਈ। ਸਮਾਂ ਆਇਆ, ਆਨੰਦਪੁਰ ਸਾਹਿਬ ਦਾ ਘੇਰਾ ਪਿਆ। ਮੈਂ ਉਸ ਦਿਨ ਵੀ ਕਿਹਾ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਆਪਣਾ ਪਰਿਵਾਰ ਕੋਲ ਰੱਖਿਆ, ਪਰ ਘੇਰੇ ਤੋਂ ਪਹਿਲਾਂ ਅੰਮ੍ਰਿਤ ਸੰਚਾਰ ਤੋਂ ਬਾਅਦ ਮਾਤਾ ਸਾਹਿਬ ਕੌਰ ਜੀ ਆਉਂਦੇ ਆ। ਤੇ ਮੈਂ ਬੇਨਤੀ ਕਰਾਂਗਾ, ਮਾਤਾ ਜੀ ਦਾ ਦਿਨ ਜ਼ਰੂਰ ਮਨਾਇਆ ਕਰੋ। ਹਰ ਖਾਲਸਾ ਮਾਂ ਦਾ ਦਿਨ ਮਨਾਇਆ ਆਪਣੇ ਘਰ 'ਚ, ਕਿਉਂਕਿ ਉਹ ਮਾਂ ਜਿਹਨੂੰ ਕੁਵਾਰਾ ਡੋਲਾ ਲਿਖਿਆ ਹੈ, ਮਾਤਾ ਸਾਹਿਬ ਦੀ ਮਾਂ। ਚਲੋ ਮਾਤਾ ਸਾਹਿਬ ਕੌਰ ਕਹਿੰਦੇ ਆ, ਪਰ ਮਾਤਾ ਸਾਹਿਬ ਦੇ ਵੀ ਹੁਕਮਨਾਮਿਆਂ 'ਚ ਜੀ 9 ਹੁਕਮਨਾਮੇ ਨੇ, ਪਰ ਇਹ ਆਏ ਨੇ ਮਾਤਾ ਜੀ ਰੋਹਤਾਸ ਤੋਂ। ਰੋਹਤਾਸ ਇੱਕ ਗੁਰੂ ਨਾਨਕ ਸਾਹਿਬ ਦਾ ਸਿੱਖ ਰਹਿੰਦਾ ਸੀ, ਭਾਈ ਭਗਤੂ। ਗੁਰੂ ਨਾਨਕ ਸਾਹਿਬ ਉੱਥੇ ਗਏ, ਰੋਹਤਾਸ ਵਿੱਚ ਪਾਣੀ ਨਹੀਂ ਸੀ। ਮਹਾਰਾਜ ਜੀ ਨੇ ਉੱਥੇ ਪਾਣੀ ਦਾ ਇੱਕ ਚੋ, ਅੱਜ ਵੀ ਰੋਹਤਾਸ ਜਿਹੜਾ ਪਾਕਿਸਤਾਨ ਵਿੱਚ, ਉਸ ਚੋ ਦਾ ਪਾਣੀ ਪੀਂਦਾ ਹੈ। ਇਹ 2 ਭੈਣ ਭਰਾ ਸਨ ਜੀ, ਮਾਤਾ ਸਾਹਿਬ ਦੇਵੀ ਤੇ ਸਾਹਿਬ ਚੰਦ। ਠੀਕ ਹੈ, ਪਰਿਵਾਰ ਆਇਆ। ਜਦੋਂ ਹਜ਼ੂਰ ਨੇ ਕਿਹਾ ਸੀ ਗ੍ਰਿਸ਼ਤ ਆਪਣੇ ਮਹਿਲ, ਮਾਤਾ ਜੀਤੋ ਜੀ ਦਾ ਜ਼ਿਕਰ ਕਰਦਿਆਂ ਕਿਹਾ ਨਹੀਂ, ਗ੍ਰਿਸ਼ਤ ਨੇ ਕਹੀ। ਉਸ ਵਕਤ ਮਾਤਾ ਗੁਜਰੀ ਜੀ ਨੂੰ ਬੇਨਤੀ ਕੀਤੀ, ਭਾਈ ਮਨੀ ਸਿੰਘ, ਬਾਬਾ ਰਾਮ ਕੋਇਰ ਜੀ, ਕਿ ਪਿਤਾ ਭਾਈ ਰਾਮਾ ਜੀ ਸਨ ਜੀ ਮਾਤਾ ਸਾਹਿਬ ਕੌਰ ਜੀ ਦੇ। ਕਈਆਂ ਰਾਵਾ ਲਿਖਿਆ ਹਨ, ਕਈਆਂ ਰਾਮੂ ਲਿਖੇ। ਉਹਨਾਂ ਕਿਹਾ ਇਸ ਬੱਚੀ ਨੂੰ ਤਾਂ ਸੰਗਤ ਕਿੰਨੀ ਦੇਰ ਦੀ ਮਾਂ ਕਹਿੰਦੀ ਹੈ। ਮਾਤ ਗੁਜਰੀ ਜੀ ਨੇ ਕਿਹਾ ਆਨੰਦ ਕਾਰਜ ਹੋਇਆ, ਤੇ ਸਾਹਿਬ ਨੇ ਕਿਹਾ ਹਾਂ ਸਵੀਕਾਰ ਕਰਾਂਗੇ, ਕੁਵਾਰਾ ਡੋਲਾ ਬਣ ਕੇ ਰਹਿਣਗੇ। ਸੱਚਮੁੱਚ ਇਸਤਰੀ ਰਹੇ। ਪਰ ਇੱਕ ਦਿਨ ਔਰਤ ਦੇ ਅੰਦਰ ਦੇ ਜਜ਼ਬਾਤ ਨੇ ਇਹੀ ਘਰ ਆਇਆ ਕਿਹਾ ਕਿ ਸਤਿਗੁਰੂ ਮੇਰੀ ਸੰਤਾਨ
ਤੇ ਮਹਾਰਾਜ ਜੀ ਨੇ ਕਿਹਾ ਪੁੱਤਰ ਚਾਹੀਦਾ ਹੈ? ਕਹਿੰਦੇ ਨੇ ਖਾਂ। ਕਹਿੰਦੇ ਸਵੇਰੇ ਦਰਬਾਰ ਚ ਆਓ। ਭਰੇ ਦਰਬਾਰ ਚ ਖਾਲਸਾ ਜੀ ਬੜੀ ਬਖਸ਼ਿਸ਼ ਕੀਤੀ, ਮਾਂ ਵੀ ਦਿੱਤੀ ਤੇ ਬਾਪੂ ਵੀ ਬਣਿਆ ਗੁਰੂ ਗੋਬਿੰਦ ਸਿੰਘ ਮਹਾਰਾਜ। ਭਰੀ ਸੰਗਤ ਚ ਕਿਹਾ ਸਾਹਿਬ ਦੇਵਾਂ ਆ ਸਾਰਾ ਖਾਲਸਾ ਅੱਜ ਤੋਂ ਬਾਅਦ ਤੇਰੀ ਝੋਲੀ ਚ ਪਾਇਆ। ਕਵੀ ਸੰਤੋਖ ਸਿੰਘ ਕਹਿੰਦੇ ਨੇ ਹੱਸ ਕੇ ਕਹਿਣ ਲੱਗੇ ਓਨੀ ਦੇਰ ਤੱਕ ਤੇਰਾ ਤੇ ਤੇਰੇ ਪੁੱਤ ਦਾ ਨਾਂ ਰਹੇਗਾ ਜਿੰਨੀ ਦੇਰ ਤੱਕ ਧਰਤੀ ਰਹੇਗੀ। ਮਾਤਾ ਗੁਜਰੀ ਜੀ ਜਦੋਂ ਘੇਰਾ ਪਿਆ ਉਦੋਂ ਲਾਲਾਂ ਦੀ ਪਰਵਰਿਸ਼ ਕਰਦੇ ਰਹੇ। ਇਸ ਗੱਲ ਨਾਲ ਮੈਂ ਸਹਿਮਤ ਨਹੀਂ ਕਿ ਗੁਰੂ ਗੋਬਿੰਦ ਸਿੰਘ ਨੇ ਪੁੱਤਰ ਭੁੱਖੇ ਮਾਰ ਦਿੱਤੇ, ਨਹੀਂ ਨਹੀਂ। ਗੁਰੂ ਗੋਬਿੰਦ ਸਿੰਘ ਮਹਾਰਾਜ ਉਹਨਾਂ ਦੇ ਲਾਲਾਂ ਦੀ ਸੰਭਾਲ ਮਾਤਾ ਜੀ ਕਰਦੇ ਰਹੇ। ਜਦੋਂ ਆਨੰਦਪੁਰ ਸਾਹਿਬ ਛੱਡਿਆ, ਜਿਹੜੇ ਦਿਨ ਨੂੰ ਆਪਾਂ ਮਨਾਉਂਦੇ ਪਏ ਆ, ਉਸ ਵਕਤ ਹਜ਼ੂਰ ਆਪਣੇ ਪਰਿਵਾਰ ਸਮੇਤ, ਮਹਿਲਾਂ ਸਮੇਤ, ਮਾਤਾ ਸਮੇਤ, ਸਾਹਿਬਜ਼ਾਦਿਆਂ ਸਮੇਤ ਇੱਕ ਵਾਰੀ ਆਨੰਦਪੁਰ ਸਾਹਿਬ ਦੇ ਵਿੱਚ ਆਪ ਹਜ਼ੂਰ ਨੇ ਫੇਰਾ ਪਾਇਆ। ਜਿਹੜਾ ਸ਼ੀਸ਼ਗੰਜ ਅਸਥਾਨਕ ਹੈ ਆਨੰਦਪੁਰ ਸਾਹਿਬ, ਇੱਥੇ ਨਮਸਕਾਰ ਕੀਤੀ, ਪਰਿਵਾਰ ਤੁਰਿਆ। ਮਾਤਾ ਗੁਜਰੀ ਜੀ ਨੇ ਇੱਕ ਸਾਹਿਬਜ਼ਾਦਾ ਜੀ ਨੂੰ ਅੱਗੇ ਬਿਠਾ ਲਿਆ, ਬਾਬਾ ਫਤਿਹ ਸਿੰਘ ਨੂੰ ਅੱਗੇ ਬਿਠਾਇਆ, ਬਾਬਾ ਜ਼ੋਰਾਵਰ ਸਿੰਘ ਦਾਦੀ ਦੀ ਕਮਰ ਨੂੰ ਹੱਥ ਪਾ ਕੇ ਘੋੜੇ ਦੇ ਪਿੱਛੇ ਬੈਠ ਗਏ। ਇਹ ਕਾਫਲਾ ਆਨੰਦਪੁਰ ਸਾਹਿਬ ਦੀ ਧਰਤੀ ਤੋਂ ਚੱਲਿਆ। ਤੇ ਯਾਦ ਰੱਖਿਓ ਇਸ ਕਾਫਲੇ ਦੇ ਪਰਿਵਾਰ ਦਾ ਇਉਂ ਕਹਿ ਲਾ ਛੋਟੇ ਸਾਹਿਬਜ਼ਾਦੇ, ਮਾਤਾ ਗੁਜਰੀ ਜੀ ਤੇ ਬਾਕੀ ਪਰਿਵਾਰ ਦਾ ਇਹ ਆਖਰੀ ਮਿਲਾਪ ਸੀ। ਤੁਰਦੇ ਹੋਏ ਸਰਸਾ ਦੇ ਕਿਨਾਰੇ ਆ ਗਿਆ ਪਰਿਵਾਰ। ਕਿਣਮਿਣ ਹੋ ਰਹੀ ਸੀ, ਸਿਆਲੀਆਂ ਰਾਤਾਂ ਸਨ। ਹਜ਼ੂਰ ਨੇ ਕਾਫਿਲਾ ਰੋਕ ਦਿੱਤਾ। ਅੰਮ੍ਰਿਤ ਵੇਲਾ ਹੋ ਗਿਆ ਸੀ। ਉਸ ਵਕਤ ਘੋੜੇ ਤੋਂ ਉਤਰ ਮਾਤਾ ਜੀ, ਦੋਨੋਂ ਛੋਟੇ ਸਾਹਿਬਜ਼ਾਦੇ ਪਿਤਾ ਜੀ ਦੇ ਸਨਮੁਖ ਬੈਠ ਕੇ ਆਖਰੀ ਕੀਰਤਨ ਤੇ ਆਖਰੀ ਦੀਦਾਰ ਕੀਤੇ ਆਪਣੇ ਪਿਤਾ ਦੇ। ਮਾਂ ਜੀ ਨੇ ਆਪਣੀ ਗੋਦ ਕੋਲ ਦੋਨੋਂ ਬਿਠਾਏ, ਖੱਬੇ ਸੱਜੇ ਦੋਨੋਂ ਸਾਹਿਬਜ਼ਾਦੇ ਬੈਠੇ। अल्लाह यार खां जोगी लिखदा था, सर पे वक्त आ गया आसा की वार का, साजों के जीरो बम का चढ़ाओ उतार का, मनशा था कलगी दर के दिले बेकरार का, मौका मिले तो भजन कर ले किरदगार का, जप जी का जाप उस घड़ी करना जरूर था, पढ़ के गुरु ग्रंथ को भरना जरूर था। उथे कीर्तन होया, सरसा नदी पार की, परिवार विछोड़ा हो गया। वड्डे साहिबजादे गुरु गोबिंद सिंह पंज प्यारे एक पासे ने, गुरुदेव दे महल माता सुंदरी जी, माता साहिब कौर जी, भाई मनी सिंह नाल एक पासे ने, सन्मान योग माता गुजरी जी ते दोनों लाल एक पासे ने। सरसा पार करते ने, कुम्मा माशकी अपनी झौंपड़ी च ले जाता है। लक्ष्मी नां दी ब्राह्मणी भोजन छकांदी है। गंगू सहेड़ी लैके आ जाता है खेड़ी, वो काली करतूत करता है, वो अकिरत घनता दिखाता है लालची। हजूर दे लाल ते मात गुजरी दी शहादत दा सफर शुरू हो जाता है। दोनों गिरफ्तार, तिन्ने गिरफ्तार किए जाते हैं। मुरिंडे लियाउंदे आ, मुरिंडे रात रख आ ठंडा बुरज। 3 रातां फिर उस सीत विच मां अपने बच्चों नूं सीने नाल ला के रखदी है। कचहरियां लगदियां ने, बहुत कुछ कहा जाता है, लाल अडोल रहिंदे ने, पर मां इक्को गल वार वार कहंदी है, देखियो कि पिता दादे पूर्वज उन्हां दी कुर्बानी दा ख्याल रखियो। कल नूं मैं इस तो अगली बेनती करांगा। मां किस तरह असीसां दे के तोरिया, आप शहादत दा जाम पीता। अज सिर मैस करके कि मात गुजरी जी उन्हां दे चरनां च नमस्कार। वो 8 घर दे जी शहीद लैके बैठी, 7-8 उन्हां दे पति शहीद ने, गुरु तेग बहादुर। उन्हां दे 4 पोते शहीद ने,
ਉਹਨਾਂ ਦੇ ਸੱਕੇ ਭਰਾ ਮਾਮਾ ਕਿਰਪਾਲ ਚੰਦ ਜੀ ਸ਼ਹੀਦ ਨੇ ਦਿੱਲੀ। ਉਹਨਾਂ ਦੀ ਨਨਾਣ ਦੇ 5 ਪੁੱਤਰ, ਬੀਬੀ ਵੀਰੋ ਦੇ 5 ਪੁੱਤਰ ਸ਼ਹੀਦ ਨੇ। ਮਾਤ ਗੁਜਰੀ ਦਾ ਲਾਲ ਠੀਕ ਹੈ ਸੱਚਖੰਡ ਪਿਆਨਾ ਕੀਤਾ, ਪਰ ਖੰਜਰ ਤਾਂ ਮਾਰਿਆ ਗਿਆ ਨਾ, ਸ਼ਹਾਦਤ ਨਾਲ ਜੋੜਦੇ ਆ। ਸੱਚ ਇਹ ਵੇ ਕਿ ਮਾਂ ਗੁਜਰੀ ਸਿੱਖ ਪੰਥ ਦੀ ਪਹਿਲੀ ਆਪ ਸ਼ਹੀਦ ਹੈ। ਉਸ ਮਾਂ ਦੇ ਚਰਨਾਂ 'ਚ ਅੱਜ ਨਮਸਕਾਰ ਹੈ। ਸ਼ੁਰੂਆਤ ਮੈਂ ਕੀਤੀ ਸੀ ਇਸ ਥਾਂ ਤੋਂ ਕਿ ਯਾਦ ਰੱਖਿਓ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਇਸਤਰੀ ਦੇ ਅੰਦਰ ਦੀ ਕੋਮਲਤਾ ਨੂੰ, ਉਹਦੇ ਗੁਣਾਂ ਨੂੰ ਬਹੁਤ ਵੱਡੀ ਥਾਂ ਦਿੰਦੀ ਏ। ਤੇ ਇਸ ਜਗਤ ਵਿੱਚ ਮੈਂ ਕਹਿ ਲਾਂ ਆਪਣੇ ਧਰਮ ਦੀ ਗੱਲ ਕਰੀਏ ਤੇ ਮਾਂ ਗੁਜਰੀ ਪਹਿਲੀ ਸ਼ਹੀਦ ਹੈ। ਤੇ ਮੈਂ ਇੱਕ ਵਾਰ ਕਿਹਾ ਸੀ ਪਿਛਲੇ ਸਮੇਂ ਜਦੋਂ ਦੌਰ ਚੱਲਿਆ, ਇੱਕ ਬਹੁਤ ਚੜ੍ਹਦੀ ਕਲਾ ਵਾਲਾ ਸਿੰਘ, ਉਹਨਾਂ ਦੇ ਮਾਤਾ ਜੀ ਨੂੰ ਪੁਲਿਸ ਲੈ ਗਈ ਥਾਣੇ, ਟੌਰਚਰ ਕੀਤਾ। ਉਹ ਸੱਜਣ ਮੇਰੇ ਕੋਲ ਆਇਆ, ਮੈਂ ਇੱਕੋ ਗੱਲ ਕਹੀ, ਅੱਜ ਬੀਜੀ ਨੂੰ ਪੁਲਿਸ ਲੈ ਗਈ, ਮੈਨੂੰ ਅੱਜ ਤੱਕ ਉਹ ਸ਼ਹੀਦ ਸਿੰਘ ਦਾ ਚਿਹਰਾ ਚੇਤੇ ਵੇ, ਉਸ ਬੱਬਰ ਦਾ। ਉਹ ਕਹਿੰਦਾ ਭਾਈ ਸਾਹਿਬ ਪ੍ਰਸ਼ਾਦਾ ਛਕਾਓ, ਸਾਡੀ ਬੀਜੀ ਨਹੀਂ ਕੱਲੀ ਗਈ, ਇੱਕ ਦਿਨ ਗੁਰੂ ਗੋਬਿੰਦ ਸਿੰਘ ਦੀ ਬੀਜੀ ਵੀ ਜੇਲ੍ਹ ਵਿੱਚ ਗਈ ਸੀ। ਚੇਤੇ ਰੱਖਿਓ ਸਿੱਖਾਂ ਦੇ ਅੰਦਰ ਨੂੰ ਬੜੀ ਵੱਡੀ ਥਾਂ ਦਿੱਤੀ ਮਾਤ ਗੁਜਰੀ ਨੇ। ਕੱਲ ਨੂੰ ਕਿਰਪਾ ਕਰਿਓ, ਆਇਓ, ਯਤਨ ਕਰਿਓ, ਜਿੱਥੋਂ ਜਿੱਥੋਂ ਵੀ ਤੁਸੀਂ ਆ ਰਹੇ ਹੋ ਬਾਣੀ ਪੜ੍ਹਦੇ ਆਇਓ ਪਲੀਜ਼। ਜੇ ਤੁਸੀਂ ਬਾਣੀ ਪੜ੍ਹਦੇ ਸਿਮਰਨ ਕਰਦੇ ਆਓਗੇ, ਇੱਥੇ ਆਉਣ ਤੱਕ ਅੰਦਰ ਬਿਲਕੁਲ ਬੈਰਾਗ ਚ ਆ ਜਾਏਗਾ। ਬਸ ਜ਼ਮੀਨ ਵੱਤਰ ਕਰਕੇ ਲੈ ਆਇਓ, ਬੀਜ ਪਾਣਾ ਮਾਂ ਗੁਜਰੀ ਦਾ ਤੇ ਸਾਹਿਬਜ਼ਾਦਿਆਂ ਦਾ ਕੰਮ ਹੈ। ਬਾਣੀ ਪੜ੍ਹਦੇ ਆਇਓ। ਕੱਲ ਨੂੰ 7 ਵਜੇ ਆਪਾਂ ਸ਼ੁਰੂ ਕਰ ਦਿਆਂਗੇ ਦੀਵਾਨ। ਜਿਵੇਂ ਭਾਈ ਸਾਹਿਬ ਦੱਸ ਕੇ ਗਏ ਆ, ਜਿਨ੍ਹਾਂ ਜਿਨ੍ਹਾਂ ਸਹਿਜ ਪਾਠ ਕੀਤੇ ਆ, ਅਸੀਂ ਬਾਅਦ ਵਿੱਚ ਤਾਂ ਰੱਖਿਆ ਕਿਉਂਕਿ ਅੱਜ ਵੀ ਸੰਗਤ 10 ਸਵਾ 10 ਵਜੇ ਤੱਕ ਮੱਥਾ ਟੇਕਦੀ ਰਹੀ ਹੈ। ਇਸ ਕਰਕੇ ਜਿਨ੍ਹਾਂ ਸਹਿਜ ਪਾਠ ਕੀਤੇ ਨੇ ਆਪਾਂ 11 ਵਜੇ ਯਤਨ ਕਰਾਂਗੇ ਸਹਿਜ ਪਾਠਾਂ ਦੇ ਭੋਗ ਪਾਉਣ ਦਾ। ਗੁਰਮੁਖੋ ਤੁਹਾਡਾ ਬਹੁਤ ਬਹੁਤ ਧੰਨਵਾਦ। ਭਾਈ ਸਾਹਿਬ ਨੇ ਸਭ ਦਾ ਧੰਨਵਾਦ ਕਰ ਦਿੱਤਾ ਹੈ। ਮੇਰੇ ਵੱਡੇ ਵੀਰ ਡਾਕਟਰ ਅਮਰਜੀਤ ਸਿੰਘ ਜੀ ਦੂਆ, ਛੋਟਾ ਵੀਰ ਭਾਈ ਤ੍ਰਿਪਦੀਪ ਸਿੰਘ ਜੀ ਦੂਆ ਪਰਿਵਾਰ ਸੇਵਾ ਕਰਦੇ ਆ ਬੱਸਾਂ ਦੀ। ਤੇ ਕੱਲ ਨੂੰ ਤੁਹਾਨੂੰ ਬੇਨਤੀ ਕਰਾਂਗੇ ਅਗਲੇ ਪ੍ਰੋਗਰਾਮ ਬਾਰੇ। ਅਸੀਂ ਇਹ ਬਣਾਇਆ ਜੀ, ਅਗਲਾ ਪ੍ਰੋਗਰਾਮ ਪੋਹ ਦੀ ਪਹਿਲੀ ਨੂੰ ਸ਼ੁਰੂ ਕਰ ਦਈਏ, ਚਮਕੌਰ ਗੜੀ, ਉਸ ਤੋਂ ਬਾਅਦ ਮਾਛੀਵਾੜਾ, ਉਸ ਤੋਂ ਬਾਅਦ ਫਤਿਹਗੜ੍ਹ ਸਾਹਿਬ ਤੇ ਜੋਤੀ ਸਰੂਪ। ਅਸੀਂ ਕਿਸੇ ਤੋਂ ਕੋਈ ਉਗਰਾਈ ਨਹੀਂ, ਕੋਈ ਕੁਛ ਨਹੀਂ, ਬਸ ਆ ਇੱਕੋ ਕਹਿੰਦੇ ਆ, ਅਗਲੇ ਸਾਲ ਇੱਕ ਬੇਨਤੀ ਹੈ ਕਿ ਜਿਨ੍ਹਾਂ ਨੇ ਅੰਮ੍ਰਿਤ ਨਹੀਂ ਛਕਿਆ ਆਉਂਦੇ ਸਾਲ ਤੱਕ ਅੰਮ੍ਰਿਤਧਾਰੀ ਹੋ ਕੇ ਆਇਓ। ਤੇ ਇਹਨਾਂ ਸਮਾਗਮਾਂ ਤੋਂ ਬਾਅਦ ਵੀ ਅੰਮ੍ਰਿਤ ਸੰਚਾਰ ਕਰੀਏ, ਘੱਟੋ ਘੱਟ ਪਤਾ ਲੱਗੇ ਕਿ ਜੋ ਅਸੀਂ ਕਰ ਰਹੇ ਹਾਂ ਅਸੀਂ ਕੱਢਿਆ ਕੀ ਹੈ। ਤੁਹਾਡਾ ਬਹੁਤ ਬਹੁਤ ਸਭ ਦਾ ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।